ਦੋਸਤੋ ਤੁਸੀਂ ਦੇਖ ਰਹੇ ਹੋ ASP TV। ਮੈਂ ਜਗਵੀਰ ਸਿੰਘ ਸੰਧੂ ਹਾਜ਼ਰ ਹਾਂ ਪ੍ਰੋਗਰਾਮ ਘੁਣਤਰੀ ਲਾਈਵ ਲੈ ਕੇ। ਸੋ ਅੱਜ ਆਪਾਂ ਗੱਲਬਾਤ ਕਰਾਂਗੇ। ਕਹਿੰਦੇ ਆ ਵੀ ਪੰਜਾਬ ਦੇ ਵਿੱਚ ਤੀਸਰਾ ਬਦਲ ਹੈ ਜਿਹੜਾ ਉਹ ਕਿਉਂ ਨਹੀਂ ਉਸਰ ਪਾਇਆ ਹੈ। ਪਿਛਲੇ ਲੰਮੇ ਸਮੇਂ ਤੋਂ ਤੀਸਰਾ ਬਦਲ ਕਿਉਂ ਨਹੀਂ ਉਸਰਿਆ। ਹਾਲਾਂਕਿ ਤੀਸਰਾ ਬਦਲ ਲੋਕਾਂ ਨੇ ਚੁਣਿਆ ਪਰ ਉਹ ਤੀਸਰਾ ਬਦਲ ਕਾਮਯਾਬ ਨਹੀਂ ਹੋਇਆ। ਪੁਰਾਣੀ ਗੱਲ ਅੱਜ ਪੁਰਾਣੇ ਇਤਿਹਾਸ ਦੇ ਵਿੱਚੋਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹਾਂਗੇ। ਗੱਲ ਕਰਾਂਗੇ ਅੱਜ ਆਪਾਂ ਉਸ ਦੌਰ ਦੀ ਜਦੋਂ ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਦੇ ਨਾਲ ਉਸ ਸਮੇਂ ਖਾੜਕੂਆਂ ਦਾ ਰਾਜ ਸੀ ਪੰਜਾਬ ਦੇ ਵਿੱਚ, ਪੰਜਾਬ ਦੀ ਇਸ ਧਰਤੀ ਦੇ ਉੱਪਰ। ਅਤੇ ਉਸ ਸਮੇਂ ਜਿਹੜੀ ਇਲੈਕਸ਼ਨ ਹੋਈ ਸੀ ਲੋਕ ਸਭਾ ਚੋਣਾਂ ਦੀ 1999 ਦੇ ਵਿੱਚ, ਤਾਂ ਉਹ ਬਹੁਤ ਵੱਡਾ ਫਤਵਾ ਜਿਹੜਾ ਉਸ ਸਮੇਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਗਰਮ ਖਿਆਲੀ ਸਿੱਖਾਂ ਨੂੰ ਦਿੱਤਾ ਸੀਗਾ। ਜੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਵੀ ਜਿਹੜਾ ਤੀਸਰਾ ਬਦਲ ਹੈ ਅਕਾਲੀ ਦਲ ਤੋਂ ਵੀ ਵੱਖਰੀ ਤੌਰ ਦੇ ਉੱਪਰ ਆ ਕੇ ਜਿਹੜੇ ਆਜ਼ਾਦ ਸਿੱਖ ਰਾਜ ਦੇ ਹਾਮੀ ਲੋਕ ਸੀਗੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਸੀਗਾ। ਉਸ ਪੂਰੇ ਵਰਤਾਰੇ ਦੀ ਗੱਲਬਾਤ ਅੱਜ ਆਪਾਂ ਕਰਾਂਗੇ। ਉਸ ਸਮੇਂ ਜਿਹੜਾ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸੀ ਰਾਜਦੇਵ ਸਿੰਘ ਖਾਲਸਾ ਜੀ, ਉਹ ਸਾਡੇ ਨਾਲ ਨੇ ਅੱਜ। ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਚੱਲੀਏ ਆਪਾਂ 1999 ਦੇ ਵਿੱਚ ਜਾਂਦੇ ਹਾਂ। ਜਦੋਂ ਉਸ ਤੋਂ ਪਹਿਲਾਂ ਦਾ ਜਿਹੜਾ ਸੀਗਾ ਮਾਹੌਲ ਕਿਸ ਤਰ੍ਹਾਂ ਬਣਿਆ ਜਦੋਂ ਤੁਹਾਡੀ ਚੋਣ ਹੁੰਦੀ ਹੈ, ਤਾਂ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਵੀ ਤੀਸਰਾ ਬਦਲ ਹੈ ਜਿਹੜਾ ਉਹ ਇੱਕ ਨਵੇਂ ਬਦਲ ਦੇ ਤੌਰ ਦੇ ਉੱਪਰ ਜਿਹੜਾ ਤੁਹਾਡਾ ਗਰੁੱਪ ਸਾਹਮਣੇ ਆਇਆ ਸੀਗਾ, ਪਹਿਲਾਂ ਉਹਦੇ ਵਿਸਥਾਰ 'ਚ ਦੱਸੋ ਥੋੜ੍ਹਾ ਜਿਹਾ ਵੀ ਕਿਸ ਤਰ੍ਹਾਂ ਉਹ ਮਤਲਬ। ਦੇਖੋ 1999 ਦੇ ਵਿੱਚ ਮੈਂ ਸਮਝਦਾ ਹਾਂ ਕਿ ਪਹਿਲੇ ਵਾਰੀ ਜੀ ਜਦ ਸ਼੍ਰੋਮਣੀ ਅਕਾਲੀ ਦਲ ਕਾਇਮ ਹੋਇਆ ਜਾਂ ਪੰਜਾਬ ਦੀ ਰਾਜਨੀਤੀ ਚੱਲੀ ਹੈ, ਭਾਵੇਂ ਇਹ 1935 'ਚ 1940 'ਚ 45 ਦੀਆਂ ਚੋਣਾਂ ਹੋਣ ਜੋ ਅੰਗਰੇਜ਼ ਸਾਮਰਾਜ ਦੇ ਵੇਲੇ ਸੀ, ਜਾਂ ਉਸ ਦੇ ਪਿੱਛੋਂ ਜਿਹੜੀ ਇਹ 1947 ਦੇ ਪਿੱਛੋਂ ਇਹ ਹਿੰਦੁਸਤਾਨ ਦਾ ਸੰਵਿਧਾਨ ਲਾਗੂ ਹੋਇਆ ਤੇ ਉਸ ਦੇ ਪਿੱਛੋਂ ਸੀ, ਤਾਂ ਸਿੱਖਾਂ ਨੂੰ ਇੱਕ ਵਾਹਦ ਨੇਤਾ ਬਾਬਾ ਜੋਗਿੰਦਰ ਸਿੰਘ ਮਿਲਿਆ। ਜੀ ਬਾਬਾ ਜੋਗਿੰਦਰ ਸਿੰਘ ਬੇਸ਼ੱਕ ਉਹਨਾਂ ਨੇ ਦੁਨਿਆਵੀ ਦੁਨੀਆ ਹਾਸਲ ਜਾਂ ਵਿੱਦਿਆ ਜਿਹੜੀ ਸੀ ਤਾਲੀਮ ਸੀ ਉਹ ਹਾਸਲ ਨਹੀਂ ਕੀਤੀ ਸੀ, ਪਰੰਤੂ ਉਹ ਜਿਹੜੇ ਸੀ ਬਹੁਤ ਇਸ ਬਾਰੇ ਸਿਆਸਤ ਬਾਰੇ ਬ੍ਰਹਮ ਗਿਆਨੀ ਸੀ ਜੀ। ਸਿੱਖਾਂ ਦੇ ਵਿੱਚ ਉਹਨਾਂ ਦੀ ਐਸੀ ਛਵੀ ਬਣੀ, ਖਾਲਸਾ ਪੰਥ ਵਿੱਚ ਐਸੀ ਛਵੀ ਬਣੀ ਕਿਉਂਕਿ ਉਹ ਇਮਾਨਦਾਰ, ਧਾਰਮਿਕ ਅਤੇ ਰਾਜਨੀਤਿਕ ਤਿੰਨਾਂ ਦਾ ਸੁਮੇਲ ਸੀ। ਇਮਾਨਦਾਰੀ ਦੇ ਵਿੱਚ ਵੀ ਉਹ ਬੜੇ ਪੱਕੇ ਸੀ, ਪ੍ਰਤੱਖ ਸੀ, ਉਹ ਰਾਜਨੀਤੀ 'ਚ ਵੀ ਬੜੇ ਪ੍ਰਤੱਖ ਸੀ, ਅਤੇ ਉਹ ਜਿਹੜੇ ਧਾਰਮਿਕ ਵੀ ਵਿੱਦਿਅਕ ਤੌਰ 'ਤੇ ਉਹ ਬੜੇ ਪ੍ਰਤੱਖ ਸੀ। ਉਹਨਾਂ ਨੂੰ ਹਰੇਕ ਬਾਣੀ ਦਾ, ਹਰੇਕ ਥਾਂ ਦਾ, ਹਰੇਕ ਇਤਿਹਾਸ ਦਾ ਗਿਆਨ ਸੀ ਜੀ। ਉਸ ਸਮੇਂ ਉਹਨਾਂ ਨੇ ਇੱਕ ਐਸੀ ਏਕਤਾ ਪੈਦਾ ਕਰਤੀ। ਉਹ ਭਾਵਕ ਅਤੇ ਜਜ਼ਬਾਤੀ ਵੀ ਸੀ ਜੀ, ਉਹ ਬੌਧਿਕ ਵੀ ਸੀ ਜੀ, ਵਿਦਵਤਾ ਦੇ ਤੌਰ 'ਤੇ ਵੀ ਉਹ ਬੜੀ ਵੱਡੀ ਜਿਹੜੀ ਸੀ ਸਿੱਖਾਂ ਦੇ ਵਿੱਚ, ਖਾਲਸਾ ਪੰਥ ਦੇ ਵਿੱਚ ਉਹ ਏਕਤਾ ਪੈਦਾ ਕਰਤੀ ਸੀ। ਅਤੇ ਉਸ ਸਮੇਂ ਸਿੱਖਾਂ ਦੇ ਬਤੌਰ ਨੁਮਾਇੰਦਾ ਸਾਰੀ ਸਿੱਖ ਸੰਗਤ ਨੇ ਸਿਰਫ ਅਤੇ ਸਿਰਫ ਬਾਬਾ ਜੋਗਿੰਦਰ ਸਿੰਘ ਨੂੰ ਹੀ ਕਬੂਲ ਕੀਤਾ। ਇਸ ਦੇ ਵੀ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਹੋਣ ਦੇ ਨਾਤੇ ਉਹਨਾਂ ਦਾ ਇੱਕ ਬੜਾ ਜ਼ਬਰਦਸਤ ਪਿਛੋਕੜ ਸੀ, ਪਰੰਤੂ ਜਿਸ ਤਰੀਕੇ ਨਾਲ ਉਹਨਾਂ ਨੇ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕੀਤਾ ਅਤੇ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕਰਕੇ ਜਿਹੜਾ ਉਹਨਾਂ ਨੇ ਇੱਕ ਬਹੁਤ ਵੱਡੀ ਮੁਹਾਰਤ ਹਾਸਲ ਕੀਤੀ। ਮੈਂ ਇੱਕ ਗੱਲ ਦੱਸਣ ਲੱਗਿਆ ਕਿ ਖਾੜਕੂਆਂ ਦੇ ਵਿੱਚ ਵੀ ਸੰਤ ਜਰਨੈਲ ਸਿੰਘ ਨੂੰ ਵਾਹਦ ਨੇਤਾ ਨਹੀਂ ਮੰਨਿਆ ਜਾਂਦਾ ਸੀ ਜੀ। ਕਈ ਐਸੀਆਂ ਗੁੱਟਬੰਦੀਆਂ ਸੀ, ਐਸੀਆਂ ਗੁੱਟ ਸੀ ਜੇ ਐਸੇ ਹੋਰ ਸੀ ਜਿਹੜੇ ਸੰਤਾਂ ਦੇ ਖਿਲਾਫ ਸੀ। ਬੜਾ ਇਹ ਵੀ ਇੱਕ ਜਿਹੜਾ ਤੁਸੀਂ ਸਵਾਲ ਜਾਂ ਇੱਕ ਖੁਲਾਸਾ ਕੀਤਾ, ਬੜਾ ਇਹ ਇੱਕ ਮਾਰਕੇ ਦੀ ਗੱਲ ਹੈ ਕਿਉਂਕਿ ਇਹ ਗੱਲਾਂ ਬਾਹਰ ਨਹੀਂ ਆਈਆਂ ਹੈਗੀਆਂ। ਬਹੁਤ ਜ਼ਿਆਦਾ ਮਤਲਬ ਬਹੁਤਾ ਇਸ ਗੱਲ ਦਾ ਪ੍ਰਚਾਰ ਨਹੀਂ ਹੋਇਆ। ਕਿਹਾ ਇਹ ਵੀ ਜਾਂਦਾ ਵੀ ਜਦੋਂ ਸੰਤ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸੀ 1984 ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਤਾਂ ਉਦੋਂ ਵੀ ਜਿਹੜੇ ਬੱਬਰ ਖਾਲਸਾ ਬੱਬਰਾਂ ਦਾ ਉਹਨਾਂ ਨਾਲ ਤਾਲਮੇਲ ਹੈ ਨਹੀਂ ਸੀਗਾ। ਇਹ ਗੱਲ ਕਿੰਨੀ ਕੁ ਸੱਚ ਹੈਗੀ? ਦੇਖੋ ਪੂਰੀ ਤਰ੍ਹਾਂ ਨਾਲ ਸੱਚ ਹੈ। ਸੁਖਦੇਵ ਸਿੰਘ ਬੱਬਰ ਸੀ ਉਹ ਅਖੰਡ ਕੀਰਤਨੀ ਜਥੇ ਦੇ ਨਾਲ ਸੀ ਜੀ। ਅਖੰਡ ਕੀਰਤਨੀ ਜਥਾ ਜਿਹੜਾ ਹੈ ਉਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਕਾਇਮ ਕੀਤਾ ਸੀ ਜੀ, ਅਤੇ ਬੜੀ ਉਹਨਾਂ ਨੇ ਸੇਵਾ ਕੀਤੀ ਹੈ ਸਿੱਖ ਪੰਥ ਦੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਵੀ ਕੀਤੀ ਹੈ। ਉਹਨਾਂ ਤੋਂ ਬਾਅਦ ਅਖੰਡ ਕੀਰਤਨੀ ਜਥਾ ਵੀ ਜਿਹੜਾ ਹੈਗਾ ਉਹ ਸਿੱਖੀ ਦੇ ਨਾਲ ਵਫਾਦਾਰ ਰਿਹਾ। ਸਿੱਖੀ ਬਾਣੀ ਦਾ, ਬਾਣੇ ਦਾ, ਗੁਰਬਾਣੀ ਦਾ ਉਹਨਾਂ ਨੇ ਬਹੁਤ ਪ੍ਰਚਾਰ ਕੀਤਾ ਹੈ। ਕੋਈ ਉਹਨਾਂ 'ਤੇ ਉਂਗਲੀ ਨਹੀਂ ਉੱਠ ਸਕਦੀ, ਪਰੰਤੂ ਇਹ ਮਤਭੇਦ ਜਿਹੜੇ ਸੀ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਸੀਗੇ,
ਜਿਹੜੇ ਅਖੰਡ ਕੀਰਤਨੀ ਜਥੇ ਵਾਲੇ ਸੀ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਆਪਦੀ ਅੱਡ ਨੀਤੀ ਸੀ ਤੇ ਉਸ ਕਰਕੇ ਇਹਨਾਂ ਦਾ ਵਿਗਾੜ ਪੈ ਗਿਆ ਸੀ। ਸੰਤ ਜੀ ਦੀਆਂ ਜਿਹੜੀਆਂ ਟੇਪਾਂ ਉਹਨਾਂ 'ਚ ਵੀ ਜ਼ਿਕਰ ਆਉਂਦਾ ਇਸ ਵਿਗਾੜ ਦਾ ਔਰ ਵੱਡੀ ਪੱਧਰ ਤੇ ਇਸ ਵਿਗਾੜ ਦਾ ਜ਼ਿਕਰ ਆਉਂਦਾ ਹੈ। ਤੇ ਜੇ ਆਪਾਂ ਇਸ ਤੋਂ ਵੱਖਾ ਮੀਚ ਲਈਏ ਕਿ ਕੋਈ ਇਹੋ ਜਿਹਾ ਰੌਲਾ ਰੱਪਾ ਨਹੀਂ ਸੀ, ਸਾਰੇ ਇਕੱਠੇ ਸੀ, ਸਾਰੇ ਹੋਰ ਸੀ, ਇਹ ਗੱਲ ਬਿਲਕੁਲ ਗਲਤ ਹੋਊ। ਜਦੋਂ ਉਹਨਾਂ ਨੇ ਅਕਾਲ ਤਖਤ ਤੇ ਆਏ ਉਹ ਇਸ ਧੜੇਬੰਦੀ ਕਰਕੇ ਅਕਾਲ ਤਖਤ ਤੇ ਆਏ ਸੀ, ਨਾ ਕੋਈ ਪੁਲਿਸ ਦੇ ਡਰ ਚਰਚੇ ਆਏ ਸੀ। ਸੰਤ ਜਰਨੈਲ ਸਿੰਘ ਪਹਿਲਾਂ ਗੁਰੂ ਨਾਨਕ ਦੇਵ ਨਿਵਾਸ 'ਚ ਸੀ, ਉਸ ਤੋਂ ਪਹਿਲਾਂ ਗੁਰੂ ਰਾਮਦਾਸ ਲੰਗਰ ਦੀ ਛੱਤ ਤੇ ਬਹਿੰਦੇ ਹੁੰਦੇ, ਤਾਂ ਉਹ ਇੱਥੇ ਪਹੁੰਚਣ ਦਾ ਹੀ ਸੀ ਕਿ ਇਹ ਕਦੇ ਆਪਸ ਦੇ ਵਿੱਚ ਲੜਾਈ ਦਾ ਅਖਾੜਾ ਨਾ ਬਣ ਜਾਵੇ। ਤੇ ਸਿੱਖਾਂ ਦੇ ਵਿੱਚ ਸ਼ੁਰੂ ਤੋਂ ਰਿਹਾ, ਜਦੋਂ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਸ ਤੋਂ ਵੀ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਜੋਤੀ ਜੋਤ ਸਮਾਜੇ, ਜਦੋਂ ਉਹ ਸੱਚਖੰਡ ਵਾਸੀ ਬਣ ਗਏ, ਸੱਚਖੰਡ ਨੂੰ ਪਿਆਨਾ ਕਰ ਗਏ ਅਬਚਲ ਨਗਰ ਦੇ ਵਿੱਚ, ਜਿਸ ਨੂੰ ਹੁਣ ਨੰਦੇੜ ਸਾਹਿਬ ਕਿਹਾ ਜਾਂਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਗੁਰਗੱਦੀ ਦੇ ਦਿੱਤੀ ਤੇ ਆਪਦੀ ਬਾਣੀ ਜਿਹੜੀ ਉਹਨਾਂ ਦੀ ਸੀ ਉਹ ਦਸਮ ਗ੍ਰੰਥ ਦੇ ਵਿੱਚ ਜਿਹੜੀ ਬਾਣੀ ਉਹਨਾਂ ਦੀ ਦਰਜ ਹੋ ਗਈ। ਤਾਂ ਉਸ ਸਮੇਂ ਤੋਂ ਸਿੱਖਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੀ ਸੀ ਆਪਸੀ ਫੁੱਟਝਾਰ ਹੋ ਚੁੱਕੀ ਸੀ। ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਮਤਲਬ ਉਦੋਂ ਆ ਕੇ ਉਹ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆ ਜਾਂਦੀ ਹੈ। ਹਾਂ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਭਾਈ ਵਿਨੋਦ ਸਿੰਘ ਨਾਲ ਜਿਹੜੇ ਭਾਈ ਵਿਨੋਦ ਸਿੰਘ ਵੀ ਉਹਨਾਂ ਪੰਜਾਂ ਪਿਆਰਿਆਂ 'ਚ ਸੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਸਮੇਂ ਭੇਜਿਆ ਸੀ। ਤੇ ਭਾਈ ਵਿਨੋਦ ਸਿੰਘ ਦੀ ਵੀ ਬਹੁਤ ਵੱਡੀ ਜਿਹੜਾ ਸੀ ਉਹ ਦਰਜਾ ਸੀ, ਸ਼ਖਸੀਅਤ ਸੀ। ਉਹਨਾਂ ਦੇ ਨਾਲ ਫੁੱਟ ਲੋਹਗੜ੍ਹ ਦੇ ਕਿਲੇ ਦੇ ਵਿੱਚ ਉਹ ਸਪਸ਼ਟ ਹੈ, ਸਾਰਿਆਂ ਦੇ ਸਾਹਮਣੇ ਹੈ। ਤੇ ਉਸ ਤੋਂ ਪਹਿਲਾਂ ਵੀ ਤੱਤ ਖਾਲਸਾ ਤੇ ਬੰਦਈ ਖਾਲਸਾ ਜਿਹੜਾ ਸੀ ਉਹ ਬਣ ਗਿਆ ਸੀ। ਬਾਅਦ 'ਚ ਵੀ 12 ਮਿਸਲਾਂ 12 ਮਿਸਲਾਂ ਜਿਹੜੀਆਂ ਸੀ ਉਹ 12 ਮਿਸਲਾਂ ਬਣੀਆਂ। ਤੇ ਅਹਿਮਦ ਸ਼ਾਹ ਅਬਦਾਲੀ ਵੇਲੇ ਜਿੱਥੇ ਮਹਾਨ ਕੁਰਬਾਨੀ ਹੋਈ, ਉੱਥੇ ਬਾਬਾ ਆਲਾ ਸਿੰਘ ਦੇ ਇਤਿਹਾਸ ਦੇ ਵਿੱਚ ਹੈ ਕਿ ਸੰਧੀ ਹੋ ਗਈ ਸੀ। ਉਹ ਸੰਧੀ ਨੂੰ ਕਿਸ ਰੂਪ ਨਾਲ ਦੇਖਿਆ ਜਾ ਸਕਦਾ, ਉਹ ਅੱਡ ਰੂਪ ਨਾਲ ਵੀ ਦੇਖਿਆ ਜਾ ਸਕਦਾ, ਪਰੰਤੂ ਫੁੱਟ ਜਿਹੜੀ ਸੀ ਉਹ ਜੱਜ ਜ਼ਾਹਰ ਹੋ ਗਈ ਸੀ। ਇਹਨਾਂ ਦੇ ਵਿੱਚ ਹਮੇਸ਼ਾ ਹੀ ਫੁੱਟ ਰਹੀ। ਤੇ ਇਹ ਜਿਹੜੇ ਹੈ ਇਹਨਾਂ ਨੇ ਦੋ ਪੁੱਤਰ ਜਿਹੜੇ ਸੀ ਮਹਾਰਾਜਾ ਰਣਜੀਤ ਸਿੰਘ ਦੇ, ਉਹ ਸਿੱਖ ਸੈਨਿਕਾਂ ਨੇ ਮਾਰਤੇ ਸੀ। ਬਾਬਾ ਵੀਰ ਸਿੰਘ ਬੜੇ ਵੱਡੇ ਜਿਹੜੇ ਸੀ ਜੇ ਉਹ ਧਾਰਮਿਕ ਹਸਤੀ ਸੀ, ਸ਼ਖਸੀਅਤ ਸੀ ਸਿੱਖਾਂ ਚੋਂ ਮਾਝੇ ਦੇ, ਉਹਨਾਂ ਦਾ ਵੀ ਕਤਲ ਹੋ ਗਿਆ ਸੀ। ਬਾਬਾ ਵੀਰ ਸਿੰਘ ਨਰੰਗਾਵਾਦੀ, ਹਾਂ ਬਾਬਾ ਵੀਰ ਸਿੰਘ ਨਰੰਗਾਵਾਦੀ, ਹੋਰ ਸੈਂਕੜੇ ਸਿੱਖ ਜਿਹੜੇ ਸੀ ਉਹ ਸੈਨਿਕਾਂ ਨੇ ਮਾਰਤੇ ਸੀ। ਔਰ ਕਿਹਾ ਜਾਂਦਾ ਕਿ ਉਹਨਾਂ ਨੂੰ ਡੋਗਰਿਆਂ ਨੇ ਭੜਕਾਤਾ ਸੀ, ਉਹਨਾਂ ਨੂੰ ਕਾਨਾਫੂਸੀ ਕਰਤੀ ਸੀ। ਡੋਗਰੇ ਜਿਨ੍ਹਾਂ ਦੀ ਧਿਆਨ ਸਿੰਘ ਅਗਵਾਈ ਕਰ ਰਿਹਾ ਸੀ, ਜਿਹਨੂੰ ਪ੍ਰਧਾਨ ਮੰਤਰੀ ਬਣਾਇਆ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ, ਉਸ ਤੇ ਹਜ਼ਾਰਾਂ ਸਿੱਖਾਂ ਦਾ ਕਤਲ ਆਪਸ ਦੇ ਵਿੱਚ ਹੋ ਗਿਆ ਸੀ। ਸੋ ਆਪਸ ਦੇ ਵਿੱਚ ਬੜੀ ਵੱਡੀ ਪੱਧਰ ਤੇ ਇਹ ਕਤਲੋਗਾਰਤ ਜਿਹੜੀ ਸੀ ਚੱਲਦੀ ਰਹੀ। ਇਤਿਹਾਸ ਦਾ ਹਿੱਸਾ ਹੈ, ਮਤਲਬ ਸਿੱਖਾਂ ਦੇ ਇਤਿਹਾਸ ਦਾ ਹਿੱਸਾ ਹੀ ਹੈ ਇਹ, ਸਿੱਖਾਂ ਦੇ ਇਤਿਹਾਸ ਦਾ ਅਟੂਟ ਹਿੱਸਾ ਹੈ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਗਾਤਾਰ ਚੱਲਿਆ ਆ ਰਿਹਾ। ਇਹਨਾਂ ਵਿੱਚ ਕਦੇ ਕਿਸੇ ਗੱਲ ਤੇ ਏਕਤਾ ਨਹੀਂ ਹੋਈ। ਜਿੱਥੇ ਏਕਤਾ ਹੋਣ ਲੱਗਦੀ ਹੈ, ਮਸਲਾ ਖਤਮ ਹੁੰਦਾ, ਉੱਥੇ ਜਾਣ ਬੁੱਝ ਕੇ ਇੱਕ ਮਸਲਾ ਹੋਰ ਚੱਕ ਲਿਆ ਜਾਂਦਾ ਹੈ। ਉਸ ਨੂੰ ਚਾਚੇ ਉਹ ਲੜਾਈ ਹੈ ਜਿਹੜੀ ਉਸ ਨੂੰ ਵਧਾਉਂਦੇ ਜਾ ਰਹੇ ਨੇ। ਉਸੇ ਤਰ੍ਹਾਂ ਬਾਬਾ ਜੋਗਿੰਦਰ ਸਿੰਘ ਵੇਲੇ ਇੱਕ ਐਸੀ ਏਕਤਾ ਹੋ ਗਈ ਸੀ ਕਿ ਸਿਰਫ ਬਾਦਲ ਤੇ ਬਰਨਾਲਾ ਇਹ ਦੋ ਜਣੇ ਬਾਹਰ ਰਹਿ ਗਏ ਸੀ। ਬਾਦਲ ਤੇ ਬਰਨਾਲੇ ਨਾਲ ਕੋਈ ਏਕਤਾ ਹੋ ਵੀ ਨਹੀਂ ਸਕਦੀ ਸੀ, ਕਿਉਂਕਿ ਉਹਨਾਂ ਦਾ ਪਿਛੋਕੜ ਐਸਾ ਸੀ, ਉਹਨਾਂ ਦਾ ਇਤਿਹਾਸ ਐਸਾ ਸੀ। ਉਹਨਾਂ ਸਿੱਖਾਂ ਦੇ ਨਾਲ ਹਮੇਸ਼ਾ ਹੀ ਧਰੋ ਕਮਾਉਂਦੇ ਰਹੇ ਸੀ ਤੇ ਧਰੋ ਕਮਾਇਆ ਸੀਗਾ, ਤੇ ਇਹਦੇ ਲਈ ਉਹਨਾਂ ਨਾਲ ਤਾਂ ਏਕਤਾ ਦੀ ਜ਼ਰੂਰਤ ਵੀ ਨਹੀਂ ਸੀ, ਨਾ ਕੋਈ ਉਹਨਾਂ ਦੇ ਨਾਲ ਸਾਂਝ ਪਾਉਣ ਦੀ ਜ਼ਰੂਰਤ ਸੀ। ਬਾਬਾ ਜੋਗਿੰਦਰ ਸਿੰਘ ਬਾਹਦ ਨੇਤਾ ਜਿਹੜੇ ਸੀਗੇ ਉਹ ਮੰਨੇ ਗਏ। ਉਹਨਾਂ ਵਿੱਚ ਮੈਂ ਸਮਝਦਾ ਕਿ 3 ਖੂਬੀਆਂ ਬਹੁਤ ਜ਼ਬਰਦਸਤ ਸੀ ਜਿਹੜੀਆਂ ਆਮ ਸਿੱਖ ਰਾਜਨੀਤਿਕ ਵਿੱਚ ਨਹੀਂ ਹੁੰਦੀਆਂ। ਪਹਿਲੀ ਗੱਲ ਕਿ ਜਿਹੜੀ ਵੀ ਸਾਡੀ ਮੀਟਿੰਗ ਹੁੰਦੀ ਸੀ, ਹੁਣ ਸਾਡੀ 7-7 ਘੰਟੇ 8-8 ਘੰਟੇ, ਮੇਰੇ ਯਾਦ ਹੈ ਸਭ ਤੋਂ ਲੰਬੀ ਮੀਟਿੰਗ ਜਲੰਧਰ ਦੇ ਸਰਦਾਰ ਇਕਬਾਲ ਸਿੰਘ ਢਿੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਸੀ, ਉਹਨਾਂ ਦਾ ਕੋਲਡ ਸਟੋਰ ਸੀ, ਉਸ ਦੇ ਵਿੱਚ ਸਾਡੀ ਮੀਟਿੰਗ ਹੋਈ ਸੀ 11 ਘੰਟੇ ਲੰਬੀ। ਬਾਬਾ ਜੀ ਦਾ ਇਹ ਸੀ ਕਿ ਪਹਿਲਾਂ ਉਹ ਆਪਣੀ ਗੱਲ ਨਹੀਂ ਦੱਸਦੇ ਸੀ ਕਿ ਮੇਰੇ ਕੀ ਵਿਚਾਰ ਨੇ, ਉਹ ਪਹਿਲਾਂ ਛੋਟੇ ਤੋਂ ਸ਼ੁਰੂ ਕਰਦੇ ਸੀ। ਜਿੰਨਾ ਉਹਦਾ ਛੋਟਾ ਮਤਲਬ ਉਸ ਦੇ ਵਿੱਚ ਅਹੁਦੇਦਾਰੀ ਹੋਊ ਉਹ ਤੋਂ ਸ਼ੁਰੂ ਕਰਦੇ ਸੀ ਵੀ ਤੁਸੀਂ ਦੱਸੋ। ਉਹਨੂੰ ਕਹਿੰਦੇ ਸੀ ਕੋਈ ਰਹਿ ਤਾਂ ਨਹੀਂ ਗਿਆ ਬਾਕੀ, ਸਾਰੀਆਂ ਗੱਲਾਂ ਬਾਰੇ ਆਪਦੇ ਖੋਲ੍ਹ ਕੇ ਦੱਸਦੇ ਜਿਹੜਾ ਵਿਸ਼ਾ। ਫਿਰ ਉਹ ਇਸ ਤਰ੍ਹਾਂ ਕਰਦੇ ਕਰਦੇ ਵੱਡੇ ਵੱਲੋਂ ਫੇਰ ਆਉਂਦੇ ਸੀ, ਫਿਰ ਉਹ ਆਪਦੀ ਗੱਲ ਕਰਦੇ ਸੀ। ਇਹਦੇ ਲਈ ਉਹਨਾਂ ਨੂੰ ਨਬਜ਼ ਦਾ ਪਤਾ ਲੱਗ ਜਾਂਦਾ ਸੀ। ਇੱਕ ਹਰੇਕ ਇਹ ਮਹਿਸੂਸ ਕਰਦਾ ਸੀ ਵਰਕਰ ਤੇ ਬਈ ਮੇਰੀ ਗੱਲ ਪੂਰੇ ਧਿਆਨ ਨਾਲ ਸੁਣੀ ਗਈ ਹੈ, ਮੈਂ ਇਹ ਰੈਲੇਵੈਂਸੀ ਰੱਖਦਾ, ਸੰਬੰਧਤ ਹੈ ਤੇ ਸਿੱਖੀ ਦੇ ਵਿੱਚ ਮੇਰਾ ਕੋਈ ਮੁੱਲ ਹੈ।
ਮੇਰੀ ਗੱਲ ਸੁਣ ਕੇ ਫਿਰ ਫੈਸਲਾ ਹੋਊਗਾ। ਜੀ ਜੀ ਉੱਥੇ ਕੋਈ ਤਾਨਾਸ਼ਾਹ ਬੰਦਾ ਨਹੀਂ ਬੈਠਾ ਜਿਹੜਾ ਆਪਦੀਆਂ ਗੱਲਾਂ ਕਰੀ ਜਾਊ ਤੇ ਉਹ ਫੈਸਲਾ ਦੇਈ ਜਾਊ। ਮੇਰੀ ਗੱਲ ਪੂਰੇ ਧਿਆਨ ਨਾਲ ਸੁਣੀ ਜਾਊ, ਮੈਂ ਲੋਕਾਂ ਤੋਂ ਫੀਡਬੈਕ ਲਵਾਂ, ਫਿਰ ਗੱਲ ਕਹਾਂ ਤੇ ਉਹਨੂੰ ਇਹ ਤਾਂ ਮਨਾਣ ਹੁੰਦਾ ਸੀ ਵੀ ਜੇ ਮੇਰੀ ਗੱਲ ਮੰਨੀ ਵੀ ਨਹੀਂ ਜਾਈ ਤਾਂ ਬਾਹਰ ਗਿਣਤੀ ਉਧਰ ਸੀ ਤੇ ਬਾਬਾ ਜੀ ਦਾ ਜਿਹੜਾ ਸੀ ਉਹ ਰੱਬੀ ਫਰਮਾਨ ਸੀ ਉਧਰ ਹੋ ਗਿਆ, ਉਹਨੂੰ ਕੋਈ ਬੁਰਾ ਨਹੀਂ ਲੱਗਦਾ ਸੀ। ਇਹ ਅੱਜ ਕੱਲ੍ਹ ਦੀ ਸਿਆਸਤ ਵਿੱਚ ਨਹੀਂ ਹੈ। ਜਿਸ ਤਰ੍ਹਾਂ ਬਾਦਲ ਦਲ ਨੇ ਪਹਿਲਾਂ ਪੋਲੀਟੀਕਲ ਅਫੇਅਰ ਕਮੇਟੀ ਬਣਾਈ, ਫਿਰ ਉਹਨੂੰ ਵੀ ਖਤਮ ਕਰਤਾ, ਫਿਰ ਕੋਰ ਕਮੇਟੀ ਬਣਾ ਲਈ। ਕੋਰ ਕਮੇਟੀ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਹੈ ਨਕਲੀ ਸ਼ਖਸੀਅਤ ਬਣਾਈ ਹੈ ਉਹ ਹਾਵੀ ਹੁੰਦੀ ਹੈ। ਇਹ ਬਾਬਾ ਜੀ ਦੀ ਤਾਂ ਅਸਲੀ ਸ਼ਖਸੀਅਤ ਸੀ, ਇਹਨਾਂ ਦੀ ਨਕਲੀ ਸ਼ਖਸੀਅਤ ਹੈ। ਉਹ ਨਕਲੀ ਸ਼ਖਸੀਅਤ ਇਹਨਾਂ ਦੀ ਹਾਵੀ ਹੁੰਦੀ ਰਹੀ। ਕਿਸੇ ਨੂੰ ਇਹ ਨਹੀਂ ਸੀ ਵੀ ਮੇਰੀ ਵੀ ਕੋਈ ਇਹਦੇ ਵਿੱਚ ਫੈਸਲੇ ਵਿੱਚ ਭਾਗੀਵਾਲੀ ਹੈ। ਆਪਾਂ ਹੁਣ ਆ ਜਾਈਏ 99 ਤੇ ਜੀ। 99 'ਚ ਫਿਰ ਜਿਹੜੇ ਕੈਂਡੀਡੇਟ ਚੁਣੇ ਗਏ ਉਹ ਕਿਵੇਂ ਚੁਣੇ ਗਏ? ਕੈਂਡੀਡੇਟਾਂ ਦੀ ਚੋਣ ਕਿਵੇਂ ਹੋਈ? ਮਤਲਬ ਜਿਵੇਂ ਤੁਸੀਂ ਬਾਕੀ ਸਾਰੇ ਸੀਟਾਂ ਦੇ ਉੱਪਰ ਕਿੰਨੀਆਂ ਸਾਰੀਆਂ 13 ਦੇ ਉੱਪਰ ਹੀ ਲੜੀ ਸੀ ਚੋਣ ਜੀ? ਹਾਂ, ਇਹ ਲਗਭਗ 13 'ਚ ਤਾਂ ਨਹੀਂ ਲੜੀ। ਇੱਕ ਅੰਮ੍ਰਿਤਸਰ ਤੇ ਨਹੀਂ ਲੜੀ ਸੀ ਜੀ, ਇੱਕ ਫਲੋਰ ਤੇ ਜਿਹੜੀ ਫਲੋਰ ਸੀਟ ਸੀ ਉਸ ਤੇ ਨਹੀਂ ਲੜੀ ਸੀ, ਇੱਕ ਹੁਸ਼ਿਆਰਪੁਰ ਤੇ ਨਹੀਂ, ਜਲੰਧਰ ਤੇ ਨਹੀਂ। 4 ਸੀਟਾਂ ਤੇ ਨਹੀਂ ਚੋਣ ਲੜੀ ਸੀ, 9 ਸੀਟਾਂ ਤੇ ਚੋਣ ਲੜੀ ਸੀ। 9 ਹੀ ਜਿੱਤ ਲਈਆਂ ਸੀ। 9 ਚੋਂ 8 ਜਿੱਤੀਆਂ ਸੀ, ਗੁਰਦਾਸਪੁਰ ਹਾਰ ਗਏ ਸੀ। ਜੀ ਜੀ, ਠੀਕ ਹੈ ਜੀ। ਤੇ ਉਹ ਜਿਹੜੇ ਸੀ ਉਮੀਦਵਾਰਾਂ ਦੀ ਚੋਣ ਸੀ, ਦੇਖੋ ਗੁਰਦਾਸਪੁਰ ਦੀ ਚੋਣ ਬਾਬਾ ਜੋਗਿੰਦਰ ਸਿੰਘ ਨੇ ਨਹੀਂ ਕੀਤੀ ਸੀ ਉਮੀਦਵਾਰ ਦੀ। ਉਹ ਭਾਗਲਪੁਰ ਜੇਲ੍ਹ ਦੇ ਵਿੱਚੋਂ ਚਿੱਠੀ ਲਿਆਂਦੀ ਸੀ, ਉਸ ਦੇ ਮੁਤਾਬਕ ਜਿਹੜੀ ਸੀ ਉਹ ਕੈਪਟਨ ਚੰਨਣ ਸਿੰਘ ਸਿੱਧੂ ਦੀ ਬਤੌਰ ਉਮੀਦਵਾਰ ਜਿਹੜੀ ਆ ਉਹ ਚੋਣ ਕੀਤੀ ਗਈ ਸੀ। ਜੀ ਹਾਂ, ਉਹ ਕੈਪਟਨ ਚੰਨਣ ਸਿੰਘ ਸਿੱਧੂ ਦੀਆਂ ਜਦੋਂ ਅਸੀਂ ਆਮ ਅੱਜ ਕੱਲ੍ਹ ਇੰਟਰਵਿਊ ਸੁਣਦੇ ਹਾਂ, ਉਹ ਕਹਿੰਦੇ ਆ ਵੀ ਸਾਰੀਆਂ ਚੋਣਾਂ ਹੀ ਮੈਂ ਲੜਾਉਣ ਵਾਲਾ ਸੀ ਉਸ ਸਮੇਂ। ਦੇਖੋ ਉਹਨਾਂ ਦੀ ਮੈਂ ਉਹਨਾਂ ਦੇ ਨਾਲ ਕਿਸੇ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੁੰਦਾ। ਮੇਰੇ ਮਿੱਤਰ ਨੇ, ਬਹੁਤ ਚੰਗੇ ਬੰਦੇ ਨੇ, ਪਰੰਤੂ ਉਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਇਹ ਭਾਗਲਪੁਰ ਤੋਂ ਮਤਲਬ ਆਈ, ਉਹ ਕਹਿੰਦੇ ਵੀ ਮਾਨ ਨੂੰ ਚੋਣ ਮੈਂ ਲੜਾਈ ਸੀਗੀ। ਮਤਲਬ ਉਹ ਇਹ ਵੀ ਗੱਲ ਉਹ ਕਹਿੰਦੇ ਵੀ ਲੜਾਈ ਹੋਣੀ ਹੈ ਜੀ, ਮੈਨੂੰ ਨਹੀਂ ਪਤਾ ਲੜਾਈ ਮਾਨ ਨੂੰ ਕੈਂਡੀਡੇਟ ਮੈਂ ਬਣਵਾਇਆ ਸੀ। ਜੀ, ਇਸ ਤਰ੍ਹਾਂ ਬਾਬਾ ਜੋਗਿੰਦਰ ਸਿੰਘ ਨੇ ਦਿੱਤਾ ਸੀ ਉਹਨਾਂ ਨੂੰ। ਤੁਹਾਤੋਂ ਚਾਹੁੰਦੇ ਆ ਵੀ ਵਿਸਥਾਰ ਨਾਲ ਦੱਸੋ ਵੀ ਕਿਵੇਂ ਚੁਣੇ, ਕਿਵੇਂ ਗਏ, ਵੀ ਕਿਵੇਂ ਤੁਹਾਨੂੰ ਮੈਂ ਦੱਸਦਾ ਜੀ ਕਿ ਉਸ ਦੇ ਵਿੱਚ ਜਿਹੜੀ ਇਹ ਕਰਕੇ ਉਹਨਾਂ ਨੇ ਕਿਹਾ ਵੀ ਉਮੀਦਵਾਰਾਂ ਨੂੰ ਤੁਸੀਂ ਸੁਝਾਅ ਪੇਸ਼ ਕਰੋ। ਗੁਰਦੁਆਰਾ ਮਾਡਲ ਟਾਊਨ ਜਲੰਧਰ ਦੇ ਵਿੱਚ ਜੀ, ਉਦੋਂ ਬ੍ਰਹਮਪੁਰਾ ਸਾਹਿਬ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਡੇ ਜਨਰਲ ਸਕੱਤਰ ਸੀ ਜੀ। ਤੇ ਉਸ ਸਮੇਂ ਤਰਲੋਚਨ ਸਿੰਘ ਤੁੜ ਜਿਹੜੇ ਹੁਣ ਸੱਚਖੰਡ ਵਾਸੀ ਹੋ ਗਏ ਨੇ, MP ਵੀ ਰਹੇ ਨੇ 3 ਵਾਰੀ, ਉਹ ਜਿਹੜੇ ਸੀ ਜੇ ਉਹ ਵੀ ਪਾਰਟੀ ਦੇ ਸੀਨੀਅਰ ਲੀਡਰ ਸੀ ਜੀ। ਤੇ ਉੱਥੇ ਕਿਹਾ ਵੀ ਤੁਸੀਂ ਅੱਡ ਉਹ ਪੇਸ਼ ਕਰੋ ਜੀ ਕਿ ਉਮੀਦਵਾਰਾਂ ਦੇ ਨਾਮ ਪੇਸ਼ ਕਰੋ। ਇੱਕ ਗੱਲ ਖਾਸੀਅਤ ਇਹ ਸੀ ਕਿ ਕਈ ਥਾਵਾਂ ਤੋਂ ਕੋਈ ਲੜਨ ਲਈ ਉਹ ਤਿਆਰ ਨਹੀਂ ਸੀ ਜੀ। ਉੱਥੇ ਬਾਹਲੀ ਚੋਣ ਦਾ ਪ੍ਰਸ਼ਨ ਨਹੀਂ ਸੀ ਜੀ, ਬਈ ਆਪਾਂ ਇਹਨੂੰ ਚੁਣਨਾ, ਆਪਾਂ ਇਹਨੂੰ ਚੁਣਨਾ। ਉੱਥੇ 2 ਜਣਿਆਂ ਦੇ ਵਿੱਚ ਰੌਲਾ, ਜਿਸ ਤਰ੍ਹਾਂ ਕਿ ਹੁਣ ਸੰਗਰੂਰ ਹੈ, ਬਹੁਤੇ ਕੈਂਡੀਡੇਟ ਹੈ ਹੀ ਨਹੀਂ ਸੀਗੇ। ਹਾਂ, ਬਹੁਤੇ ਕੈਂਡੀਡੇਟ ਸੀ ਉਹ ਨਹੀਂ ਜੀ। ਸੰਗਰੂਰ ਦੇ ਵਿੱਚ ਸਿਵਾਏ ਮੇਰੇ ਤੋਂ ਕੋਈ ਉਮੀਦਵਾਰ ਨਹੀਂ ਸੀ ਜੀ। ਪਰੰਤੂ ਬਾਬਾ ਜੀ ਦੀ ਰਾਏ ਸੀ ਕਿ ਭਾਈ ਵੀਰ ਸਿੰਘ ਨੂੰ ਭਾਈ ਵੀਰ ਸਿੰਘ ਨੂੰ ਪੁੱਛਿਆ ਸੀ, ਜਿਹੜੇ ਜਨਰਲ ਸਕੱਤਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ, ਉਹ ਮੀਟਿੰਗ 'ਚ ਵੀ ਹਾਜ਼ਰ ਸੀ ਜੀ, ਵੀ ਉਹ ਜਲੰਧਰ ਤੋਂ ਚੋਣ ਲੜਨ ਜੀ। ਉਹ ਜਲੰਧਰ ਦੇ ਰਹਿਣ ਵਾਲੇ ਨੇ ਜੀ ਜੀ। ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਨਹੀਂ ਲੜ ਸਕਦਾ ਜੀ, ਮੈਂ ਚੋਣ ਇੱਥੇ ਲੜਨੀ ਨਹੀਂ ਚਾਹੁੰਦਾ। ਉੱਥੋਂ ਇੰਦਰ ਕੁਮਾਰ ਗੁਜਰਾਲ ਜਿਹੜਾ ਸੀ ਉਹ ਜਨਤਾ ਦਲ ਦਾ ਉਮੀਦਵਾਰ ਸੀ ਜੀ, ਜਿਹਨੂੰ ਬਾਦਲ ਦੀ ਹਮਾਇਤ ਹਾਸਲ ਸੀ ਜੀ। ਉੱਥੇ ਗੱਲ ਇਹ ਸੀ ਕਿ ਫਿਰ ਇੰਦਰ ਕੁਮਾਰ ਗੁਜਰਾਲ ਜਿੱਤ ਜੂ ਜੀ, ਤੇ ਉਹ ਵੱਡੀ ਪਦਵੀ ਤੇ ਪਹੁੰਚ ਸਕਦਾ, ਕਿਉਂਕਿ ਉਹਦੀ ਦੇਸ਼ ਦੇ ਵਿੱਚ ਜਿਹੜੀ ਸੀ ਇੱਕ ਤਕੜੀ ਸ਼ਖਸੀਅਤ ਮੰਨੀ ਜਾਂਦੀ ਸੀ ਹਾਂਜੀ। ਤੇ ਉਸ ਦੇ ਲਈ ਫਿਰ ਬਾਬਾ ਜੀ ਨੇ ਮੈਨੂੰ ਕਿਹਾ ਕਿ ਬਈ ਤੁਹਾਨੂੰ ਅਸੀਂ ਹੁਕਮ ਦੇ ਦਿੰਦੇ ਆ 5 ਪਿਆਰਿਆਂ ਵੱਲੋਂ, ਜੇ ਤੁਸੀਂ ਜਲੰਧਰ ਤੋਂ ਖੜੇ ਹੋ ਜੀ, ਤੁਹਾਨੂੰ ਮੈਂ ਸੀਟਾਂ ਦੇ ਵੇਰਵਾ ਦੱਸ। ਹਾਂਜੀ, ਮੈਂ ਕਿਹਾ ਜੀ ਜਿਸ ਤਰ੍ਹਾਂ ਤੁਹਾਡਾ ਹੁਕਮ ਹੈ ਮੈਂ ਤਿਆਰ ਹਾਂ ਜੀ। ਤੇ ਉੱਥੇ ਫਿਰ ਰਣਜੀਤ ਸਿੰਘ ਬ੍ਰਹਮਪੁਰਾ ਨੇ, ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ, ਕੈਪਟਨ ਹਰਚਰਨ ਸਿੰਘ ਅਰੋੜੇ ਨੇ, ਤਰਲੋਚਨ ਸਿੰਘ ਤੁੜ ਨੇ, ਜਥੇਦਾਰ ਉਜਾਗਰ ਸਿੰਘ ਸੇਖਵਾਂ ਨੇ, ਇਹ ਜਿਹੜੇ ਉਸ ਸਮੇਂ ਦੇ ਸਾਡੇ ਲੀਡਰ ਸੀ ਜੇ, ਇਹਨਾਂ ਨੇ ਉੱਥੇ ਕਿਹਾ ਬਈ ਜੀ ਇਹ ਦੇਖੋ ਗੱਲ ਇਹ ਹੈ, ਫਿਰ ਸੰਗਰੂਰ ਤੋਂ ਕਿਹਨੂੰ ਦੇਵੋਗੇ? ਇਹ ਤਾਂ ਜਲੰਧਰ ਤੋਂ ਖੜੇ ਹੋ ਜਾਣਗੇ, ਸੰਗਰੂਰ ਤੋਂ ਫਿਰ ਕਿਹਨੂੰ ਦੇਵਾਂਗੇ ਜੀ? ਜਲੰਧਰ 'ਚ ਤਾਂ ਇਹਨਾਂ ਦਾ ਠੀਕ ਹੈ, ਪੰਜਾਬ 'ਚ ਤਾਂ ਭਾਵੇਂ ਜਾਣੇ ਜਾਂਦੇ ਆ ਇਹ ਸਾਰੇ ਵਿੱਚ, ਪਰ ਉੱਥੇ ਇਹਨਾਂ ਦਾ ਆਪਦਾ ਆਧਾਰ ਹੈ ਜਿਹੜਾ ਸੰਗਰੂਰ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਨੇ ਹਾਂਜੀ। ਤੇ ਉੱਥੇ ਉਹ ਫਿਰ ਕਹਿਣ ਲੱਗੇ ਬਈ ਜੀ ਸੁਖਵਿੰਦਰ ਸਿੰਘ ਭੱਟੀ ਨੂੰ ਜੀ
ਟਿਕਟ ਦਿੱਤਾ ਜਾਵੇ। ਉਹ ਮੇਰੇ ਸਰਦਾਰ ਸੁਖਵਿੰਦਰ ਸਿੰਘ ਭੱਟੀ ਜਿਹੜੇ ਸੀ ਗੁਰਸਿੱਖ ਸੀ ਜੇ, ਮੇਰੇ ਜੂਨੀਅਰ ਸੀ ਜੇ, ਅਸਿਸਟੈਂਟ ਸੀ ਜੇ ਇਹਦੇ 'ਚ ਵਕਾਲਤ ਦੇ ਪੇਸ਼ੇ ਦੇ ਵਿੱਚ ਜੀ। ਮੈਂ ਕਿਹਾ ਠੀਕ ਹੈ ਜੀ ਉਹਨੂੰ ਦੇ ਦਿਓ ਜੀ, ਉਹਨਾਂ ਨੂੰ ਦੇ ਦਿਓ। ਪਰੰਤੂ ਉਹ ਜਿੰਨੀ ਵਰਕਿੰਗ ਕਮੇਟੀ ਵਾਲੇ ਸਾਰੇ ਬੋਲੇ, ਉਹਨਾਂ ਨੇ ਕਿਹਾ ਜੀ ਕਿ ਇਹਨਾਂ ਤੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ, ਜੇ ਅਸੀਂ ਉਹਨਾਂ ਨੂੰ ਟਿਕਟ ਦੇਤੀ ਉਹ ਇੰਨੇ ਜਾਣੇ ਮੰਨੇ ਨਹੀਂ ਜਾਂਦੇ, ਭਾਵੇਂ ਉਹ ਬੜਬੜ ਦੇ ਵਸਨੀਕ ਨੇ, ਉਹ ਬੜਬੜ ਦੇ ਰਹਿਣ ਵਾਲੇ ਨੇ, ਪਰ ਉਹ ਜਾਣੇ ਪ੍ਰਵਾਨ ਨਹੀਂ ਜਾਂਦੇ, ਇਹਦੇ ਲਈ ਟਿਕਟ ਇਹਨਾਂ ਨੂੰ ਦਿੱਤਾ ਜਾਓ, ਆਪਾਂ ਜਲੰਧਰ ਦਾ ਖਿਆਲ ਛੱਡ ਦਿਓ ਜੀ। ਕਦੇ ਇਹ ਨਾ ਹੋਵੇ ਕਿ ਇਸ ਗੱਲ 'ਚ ਆਪਾਂ ਦੋਹੇ ਸੀਟਾਂ ਤੋਂ ਹੀ ਖਤਮ ਹੋ ਜਾਈਏ, ਹਾਂ ਹਾਂ ਬਿਲਕੁਲ, ਨਾ ਜਲੰਧਰ ਜਿੱਤੀਏ ਨਾ ਸੰਗਰੂਰ ਜਿੱਤੀਏ। ਹਾਂ ਜੀ। ਤੋ ਬਾਬਾ ਜੀ ਨੇ ਉਸ ਕਹਿਤਾ ਕਿ ਸੰਗਰੂਰ ਤੋਂ ਦਿੱਤਾ ਜਾਵੇ ਜੀ। ਸੋ ਸਖਤ ਮੁਕਾਬਲਾ ਨਹੀਂ ਸੀ। ਬਾਕੀ ਜਿਸ ਤਰ੍ਹਾਂ ਹੁਣ ਸਰਦਾਰ ਰਜਿੰਦਰਪਾਲ ਸਿੰਘ ਬੁਲਾਰਾ ਸੀ ਜੀ, ਉਹ ਸ਼ਹੀਦੀ ਪਾਜੇ ਸੀ, ਇਹ ਸੈਣੀ ਨੇ ਉਹ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕਰਤਾ ਸੀ। ਬੜੇ ਉਹ ਸਿੱਖ ਪੰਥ ਦੇ ਨਾਲ ਬੜੀ ਵਫਾਦਾਰੀ ਨਿਭਾਈ ਆ ਉਹਨਾਂ ਨੇ, ਬੜੇ ਵਫਾਦਾਰ ਸਿਪਾਹੀ ਸੀ, ਬੜੀ ਵੱਡੀ ਕੁਰਬਾਨੀ ਸੀ ਜੀ। ਉਹਨਾਂ ਦੀ ਧਰਮ ਪਤਨੀ ਜਿਹੜੀ ਸੀ ਰਜਿੰਦਰ ਕੌਰ ਬੁਲਾਰਾ ਨੂੰ ਇਹ ਉਮੀਦਵਾਰ ਚੁਣ ਲਿਆ ਗਿਆ ਲੁਧਿਆਣਾ ਤੋਂ, ਹਾਂ ਲੁਧਿਆਣਾ ਤੋਂ ਜੀ। ਤੇ ਇਸੇ ਤਰ੍ਹਾਂ ਹੀ ਬਾਬਾ ਸੁੱਚਾ ਸਿੰਘ ਮਲੋਆ ਜੀ, ਉਹ ਸਿੱਖ ਕੌਮ ਦੇ ਸ਼ਹੀਦੇ ਆਜ਼ਮ ਸਰਦਾਰ ਬੇਅੰਤ ਸਿੰਘ ਦੇ ਪਿਤਾ ਨੇ ਜੀ। ਤੇ ਗੁਰਬਾਣੀ 'ਚ ਤੇ ਬਾਣੀ 'ਚ ਬੜੇ ਪ੍ਰਤੱਖ ਸੀ ਜੇ, ਜੀ। ਤੇ ਉਹ ਅਸਲ 'ਚ ਜਿਹੜੇ ਸੀ ਜੇ ਪ੍ਰੇਰਿਤ ਕਰਨ ਵਾਲੇ ਸਿੱਖ ਪੰਥ ਵੱਲ ਸਰਦਾਰ ਬੇਅੰਤ ਸਿੰਘ ਨੂੰ ਉਹ ਬਾਬਾ ਸੁੱਚਾ ਸਿੰਘ ਮਲੋਈ ਸੀ ਜੀ। ਬਾਬਾ ਸੁੱਚਾ ਸਿੰਘ ਮਲੋਆ ਨੂੰ ਜਿਹੜਾ ਸੀ ਉਹ ਜਿਹੜਾ ਸੀ ਟਿਕਟ ਇਸ ਆਧਾਰ ਤੇ ਦਿੱਤਾ ਗਿਆ, ਜਿਹੜਾ ਬਠਿੰਡਾ ਰਿਜ਼ਰਵ ਸੀਟ ਤੋਂ। ਜੀ ਜੀ ਬਿਲਕੁਲ। ਅੱਛਾ, ਜਿੱਥੋਂ ਤੱਕ ਬੀਬੀ ਬਿਮਲ ਕੌਰ ਖਾਲਸਾ ਦਾ ਜਿਹੜਾ ਮਤਲਬ ਸੀ, ਇਹ ਸਰਦਾਰ ਬੇਅੰਤ ਸਿੰਘ ਦੀ ਘਰਵਾਲੀ ਸੀ ਜੀ, ਤੇ ਉਸ ਆਧਾਰ ਤੇ ਮਤਲਬ ਟਿਕਟ ਦੇ ਦਿੱਤਾ ਗਿਆ। ਇਹ ਟਿਕਟ ਇਸ ਦਾ ਜਥੇਦਾਰ ਜੈਦੇਵ ਸਿੰਘ ਖੁੱਡੀਆ ਇਹ 5 ਮੈਂਬਰੀ ਕਮੇਟੀ ਦੇ ਮੈਂਬਰ ਵੀ ਰਹੇ ਸੀ, ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਵੀ ਰਹੇ ਸੀ। ਫਿਰ ਇਹ ਉਸ ਸਮੇਂ ਦੇ ਤਗੜੇ ਪੜ੍ਹੇ ਲਿਖੇ ਮੰਨੇ ਜਾਂਦੇ ਸੀ, ਕਿਉਂਕਿ BA ਪਾਸ ਸੀ ਜੇ ਉਸ ਜ਼ਮਾਨੇ ਦੇ ਵਿੱਚ, ਤੇ ਬੜੇ ਇਮਾਨਦਾਰ ਸ਼ਖਸੀਅਤ ਸੀ ਜੀ, ਫਰੀਦਕੋਟ ਦੇ ਵਿੱਚ ਮੰਨੀ ਜਾਂਦੀ ਸੀ। ਇਹਨਾਂ ਨੂੰ ਇਸ ਕਰਕੇ ਚੋਣ ਕੀਤੀ ਜੀ, ਮੁਕਾਬਲੇ ਕੋਈ ਨਹੀਂ ਸੀ ਜੀ। ਇਹ ਆਪਣਾ ਬੀਬੀ ਸੁਵਿੰਦਰ ਕੌਰ ਨੇ ਉਹ ਫਿਰੋਜ਼ਪੁਰ ਤੋਂ ਜਾਂ ਹੋਰ ਥਾਂ ਤੋਂ ਮੰਗਿਆ ਸੀ। ਉੱਥੇ ਜਿਹੜੇ ਆਪਣਾ ਧਿਆਨ ਸਿੰਘ ਮੰਡ ਹੈ, ਧਿਆਨ ਸਿੰਘ ਮੰਡ ਬਾਬਾ ਜੀ ਦੇ ਉਮੀਦਵਾਰ ਨਹੀਂ ਸੀ, ਇਹ ਪਾਰਟੀ ਵੱਲੋਂ ਅਨਾਉਂਸ ਨਹੀਂ ਕੀਤੇ ਗਏ ਸੀ, ਪਰ ਇਹਨਾਂ ਦੀ ਹਮਾਇਤ ਕੀਤੀ ਗਈ ਸੀ। ਓਕੇ ਹਾਂ, ਇਹ ਗੱਲ ਇੱਕ ਵੱਖਰੀ। ਹਾਂਜੀ ਹਾਂ, ਇਹ ਇਹਨਾਂ ਦੀ ਹੁਣ ਜਿਹੜੀ ਸੀ ਇਸ ਤਰ੍ਹਾਂ ਕੈਪਟਨ ਚਰਨ ਸਿੰਘ ਸਿੱਧੂ, ਕਿਉਂਕਿ ਸਭ ਤੋਂ ਤਕੜਾ ਜਿਹੜਾ ਸੀ ਉਹ ਗੁਰਦਾਸਪੁਰ ਸੀ ਜੀ। ਗੁਰਦਾਸਪੁਰ ਜਿਹੜਾ ਹਲਕਾ ਤਕੜਾ ਸੀ, ਕੈਪਟਨ ਚਰਨ ਸਿੰਘ ਸਿੱਧੂ ਤੋਂ ਪੁਰਾਣੇ ਦੀ ਹੋਣੀ ਹੈ ਗੱਲ। ਉਸ ਸਮੇਂ ਹੁਣ ਤਾਂ ਗੁਰਸਿੱਖ ਨੇ ਪੂਰੇ, ਹੁਣ ਵੀ ਗੁਰਸਿੱਖ ਨੇ, ਉਸ ਸਮੇਂ ਵੀ ਗੁਰਸਿੱਖ ਸੀ। ਤੇ ਕੋਈ ਸਿਗਰਟ ਪੀਂਦੇ ਦੀ ਫੋਟੋ ਜੀ ਕੈਪਟਨ ਚਰਨ ਸਿੰਘ ਸਿੱਧੂ ਦੀ ਪਤਾ ਨਹੀਂ ਕਿਸੇ ਮੁੰਡਿਆਂ ਚੋਂ ਕੋਈ ਬਚਪਨ ਦੀ ਉਹਦੇ ਹੱਥ ਲੱਗੀ। ਸੁਖਵੰਤ ਕੌਰ ਭਿੰਡਰ ਦੇ ਜਿਹੜੀ ਕਾਂਗਰਸ ਦੀ ਉਮੀਦਵਾਰ ਸੀ, ਉਹਨੇ 10 ਲੱਖ ਇਸ਼ਤਿਹਾਰ ਵੰਡੇ ਜੀ, ਇੱਕ ਤਾਨਾ ਮਾਰ ਕੇ ਕਿ ਸਿੱਖ ਪੰਥ ਜਿਹੜਾ ਹੈਗਾ ਉਹ ਸਿੱਖਾਂ ਵਾਲਿਆਂ ਨੂੰ ਵੋਟ ਪਾਊਗਾ, ਕਿ ਇੱਕ ਸਿੱਖ ਪੰਥ ਦੀ ਧੀ ਨੂੰ ਵੋਟ ਪਾਊਗਾ ਜੀ। ਉਹ ਇੱਕ ਜਜ਼ਬਾਤੀ ਤੇ ਚਰੀ ਸੀ। ਇੱਕ ਈਸਾਈ ਬਣਨ ਦੀ ਫੋਟੋ ਜਾਲੀ ਸੀ ਜਾਂ ਅਸਲੀ ਸੀ ਮੈਨੂੰ ਨਹੀਂ ਪਤਾ, ਕਿ ਉਹ ਈਸਾਈ ਬਣ ਰਹੇ ਨੇ, ਉਹ ਜਿਹੜਾ ਸੀਗਾ ਉਹ ਵੀ ਉੱਥੇ ਲੱਗ ਗਈ। ਉਸ ਦੇ ਕਰਕੇ ਜਿਹੜਾ ਗੁਰਦਾਸਪੁਰ ਸੀ ਸਭ ਤੋਂ ਤਗੜਾ ਹਲਕਾ ਸੀ, ਇਸ ਦੇ ਵਿੱਚੋਂ ਚੋਣ ਹਾਰ ਨਹੀਂ ਪਈ। ਜਿੱਥੇ ਵੀ ਮੈਂ 1-2 ਥਾਵਾਂ ਤੇ ਬਾਬਾ ਜੀ ਨਾਲ ਗਿਆ, ਉੱਥੇ ਤੇ ਸਾਨੂੰ ਦੋ ਬਹਿ ਕੇ ਕਿਹਾ ਗਿਆ। ਹਾਲਾਂਕਿ ਬਾਬਾ ਜੀ ਇੰਨੀ ਵੱਡੀ ਸ਼ਖਸੀਅਤ ਸੀ, ਉਹਨਾਂ ਦਾ ਮੇਰੀ ਤਾਂ ਕੋਈ ਸ਼ਖਸੀਅਤ ਨਹੀਂ ਸੀ, ਬਾਬਾ ਜੋਗਿੰਦਰ ਸਿੰਘ ਦੀ ਬੜੀ ਵੱਡੀ ਸ਼ਖਸੀਅਤ ਸੀ। ਉਹ ਕਹਿੰਦੇ ਜੀ ਇਹਨਾਂ ਦਾ ਜਵਾਬ ਦਿਓ, 2 ਚੀਜ਼ਾਂ ਦਾ ਜਵਾਬ ਦਿਓ ਜਿਹੜੇ ਆ ਇਸ਼ਤਿਹਾਰ ਲੱਗੇ ਨੇ। ਤੇ ਉਹ ਗੱਲਾਂ ਜਿਹੜੀਆਂ ਸੀ ਉੱਥੇ ਖਤਮ ਹੁੰਦੀਆਂ ਸੀ। ਫਿਰ ਬਾਬਾ ਜੀ ਕਹਿੰਦੇ ਵੀ ਆਪਾਂ ਗੁਰਦਾਸਪੁਰ ਨਹੀਂ ਜਾਂਦੇ, ਆਪਾਂ ਕੀ ਕਹਿੰਦੇ ਹੁੰਦੇ ਨੇ ਉੱਥੇ ਜਵਾਬ, ਜਦੋਂ ਮੈਨੂੰ ਪਤਾ ਹੀ ਨਹੀਂ ਮੈਂ ਕੀ ਜਵਾਬ ਦੇਵਾਂਗਾ, ਉਹ ਮੈਂ ਸੱਚੇ ਜਵਾਬ ਦੇਣੇ। ਮੈਨੂੰ ਇੱਥੇ ਕਿਹਾ ਗਿਆ ਸੀ ਕਿ ਉਸ ਸਮੇਂ ਬਾਬਾ ਜੋਗਿੰਦਰ ਸਿੰਘ ਜਿਹੜਾ ਇਹ ਅਕਾਲੀ ਦਲ ਸੀ, ਯੂਨਾਈਟਿਡ ਅਕਾਲੀ ਦਲ, ਤੇ ਇਹ ਸੁਲ੍ਹਾ ਹੋ ਗਈ ਸੀ ਬਹੁਜਨ ਸਮਾਜ ਪਾਰਟੀ ਨਾਲ ਜੀ। ਬਹੁਜਨ ਸਮਾਜ ਪਾਰਟੀ ਨਾਲ ਸੁਲ੍ਹਾ ਕਰਕੇ ਜਿਹੜੀ ਸੀ, ਮੈਂ ਇਹਨਾਂ ਨੂੰ ਕਿਹਾ ਦੇਖੋ ਜੀ ਗੱਲ ਇਹ ਹੈ ਬਈ ਮੈਂ ਸੁਲ੍ਹਾ ਦਾ ਹਮਾਇਤੀ ਨਹੀਂ ਹਾਂ ਜੀ, ਸੰਗਰੂਰ ਦੀ ਸੀਟ ਤੇ ਸੁਲ੍ਹਾ ਤੋੜ ਦਿਓ ਜੀ। ਇਹਦਾ ਮਤਲਬ ਇਹ ਹੋਊ ਵੀ ਮੈਂ ਜੱਟ ਹਾਂ,
ਜੀ ਤੇ ਮੈਂ ਜੱਟ ਸਿੱਖ ਹੋਣ ਦੇ ਨਾਤੇ ਇਹਦੇ ਲਈ ਮੈਂ ਅਕਾਲੀ ਦਲ ਦਾ ਉਮੀਦਵਾਰ ਹੋ ਗਿਆ ਤੇ ਉਹ ਮੇਰੀ ਹਮਾਇਤ ਦਲਿਤ ਹੋਣ ਦੇ ਨਾਤੇ ਕਰਨਗੇ, ਕਿਉਂਕਿ ਸਿੱਖ ਪੰਥ ਦੇ ਵਿੱਚ ਜਾਤ ਪਾਤ ਹੈ ਹੀ ਨਹੀਂ। ਜੇ ਅਸੀਂ ਕਲਗੀਧਰ ਪਾਤਸ਼ਾਹ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਦਸੀ ਦਰਸਾਈ ਮਰਿਆਦਾ ਜਿਹੜੀ ਹੈਗੀ ਹੈ ਉਸ ਨੂੰ ਲਾਗੂ ਕਰਨਾ ਤਾਂ ਇਹ ਭੇਦਭਾਵ ਜਾਤੀ ਪ੍ਰਥਾ ਦਾ ਜਿਹੜਾ ਭੇਦਭਾਵ ਹੈ ਉਹ ਤੋਂ ਗੱਲ ਨਹੀਂ ਬਣਨੀ। ਇਸ ਲਈ ਮੈਨੂੰ ਇਹ ਬੜਾ ਮੁਸ਼ਕਲ ਹੋ ਜੂ ਕਿ ਬੋਲੇ ਕਿ ਇਸ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੋਂ ਸਿਵਾਏ ਇੱਕ ਹੋਰ ਵੀ ਫਤਿਹ ਬੁਲਾਈ ਜਾਵੇ। ਉਹ ਦੂਜੇ ਨੂੰ ਭਾਵੇਂ ਕਿੰਨੀ ਚੰਗੀ ਲੱਗੇ ਜਾਂ ਮਾੜੀ ਲੱਗੇ ਉਹ ਵੱਖਰੀ ਗੱਲ ਹੈ, ਅਸੀਂ ਦੋ ਫਤਿਹਾਂ ਬੁਲਾਈਏ। ਮੈਂ ਵੀ ਉਹ ਡਰਾਮਾ ਕਰਾਂ ਤੇ ਮੈਂ ਵੀ ਉਸ ਨੂੰ ਕਰਕੇ ਜੀ ਪਹਿਲਾਂ ਉਹ ਫਤਿਹ ਬੁਲਾਤੀ ਫਿਰ ਉਹ ਫਤਿਹ ਬੁਲਾਤੀ, ਮੈਂ ਕਿਹਾ ਮੇਰੇ ਨਾਲ ਨਾਰਾਜ਼ ਚੱਲਣਗੇ, ਇਹਨਾਂ ਨੇ ਮੇਰੇ ਨਾਲ ਚੱਲਣਾ ਨਹੀਂ, ਉਹਦਾ ਆਪਾਂ ਨੂੰ ਕੋਈ ਨਹੀਂ। ਫਿਰ ਬਾਬਾ ਜੀ ਨੇ ਟੈਲੀਫੋਨ ਤੇ ਮੇਰੇ ਸਾਹਮਣੇ ਕਹਿਤਾ ਸੀ, ਲੈਂਡਲਾਈਨ ਹੁੰਦੇ ਸੀ ਉਸ ਸਮੇਂ, ਕਿ ਜੀ ਸਾਡੇ ਕੈਂਡੀਡੇਟ ਨਹੀਂ ਮੰਨਦੇ, 12 ਸੀਟਾਂ ਤੇ ਆਪਣਾ ਸਮਝੌਤਾ ਹੈ, ਤੁਹਾਨੂੰ ਫਲੋਰ ਦੀ ਸੀਟ ਦੇਤੀ, ਉੱਥੋਂ ਤੁਸੀਂ ਉਮੀਦਵਾਰ ਖੜਾ ਕਰੋ ਤੇ ਇੱਥੋਂ ਸੰਗਰੂਰ ਤੋਂ ਆਪਦਾ ਉਮੀਦਵਾਰ ਖੜਾ ਕਰ ਲਓ। ਫਿਰ ਸਰਦਾਰ ਆਤਮਾ ਸਿੰਘ ਸਹਿਗੜਾ ਨੂੰ ਮੇਰੇ ਖਿਲਾਫ ਜਿਹੜਾ ਸੀ ਉਮੀਦਵਾਰ ਉਹ ਕੀ ਕਹਿੰਦੇ ਹੁੰਦੇ ਨੇ ਖੜਾ ਕਰ ਦਿੱਤਾ ਜੀ। ਅਸੀਂ ਮਾਨ ਸਾਹਿਬ ਦੀ ਚੋਣ ਕਿਵੇਂ ਕੀਤੀ ਗਈ ਜੀ? ਫਿਰ ਮਾਨ ਸਾਹਿਬ ਦੀ ਚੋਣ ਜਿਹੜੀ ਸੀ ਇਹ ਕੀਤੀ ਗਈ ਜੀ, ਦੇਖੋ 20 ਇਹਨਾਂ ਨੂੰ ਕੈਂਡੀਡੇਟ ਕਿਹਨੇ ਬਣਾਇਆ ਇਹ ਮਤਲਬ ਹਾਂ ਇਹ 20 ਮਈ 1985 ਨੂੰ ਸਾਡੀ ਪਹਿਲੀ ਮੀਟਿੰਗ ਹੋਈ ਸੀ ਜੀ। ਚੋਣਾਂ ਤਾਂ 99 ਚ ਹੋਈਆਂ ਨੇ, 20 ਮਈ 1985 ਨੂੰ ਜਦੋਂ ਯੂਨਾਈਟਿਡ ਅਕਾਲੀ ਦਲ ਬਣਿਆ ਜੀ, ਉਸ ਸਮੇਂ ਸਾਡੀ ਮੀਟਿੰਗ ਗੁਰਦੁਆਰਾ ਸ਼ਹੀਦਾਂ 'ਚ ਹੋਈ ਸੀ ਜੀ, ਇਹ ਆਪਣਾ ਅੰਮ੍ਰਿਤਸਰ ਜੀ। ਉੱਥੇ ਮੀਟਿੰਗ ਦੇ ਵਿੱਚ ਅਸੀਂ ਸਾਰਿਆਂ ਨੇ ਬਾਬਾ ਜੋਗਿੰਦਰ ਸਿੰਘ ਨੂੰ ਪ੍ਰਧਾਨ ਚੁਣਿਆ ਸੀ ਜੀ, ਯੂਨਾਈਟਿਡ ਅਕਾਲੀ ਦਲ ਦਾ। ਜੀ, ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੋਈ ਗੱਲ ਨਹੀਂ ਹੋਈ ਸੀ ਜੀ। ਬਾਬਾ ਜੀ ਉਹ ਜਦੋਂ ਬੋਲਣ ਲੱਗੇ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਅਖਬਾਰਾਂ 'ਚ ਪੜ੍ਹਿਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਹੁਣ DIG ਬੰਬਈ ਲੱਗੇ ਹੋਏ ਨੇ ਮਹਾਰਾਸ਼ਟਰ 'ਚ, ਉਹ ਪਹਿਲਾਂ ਇੱਥੇ SSP ਵੀ ਰਹੇ ਨੇ ਫਰੀਦਕੋਟ ਤੇ ਹੋਰ ਥਾਵਾਂ ਤੇ, ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬੜੇ ਨੇੜੇ ਸੀ ਜੀ। ਲੋਕ ਕਹਿਣਗੇ ਕਿ ਬਾਬਾ ਜੋਗਿੰਦਰ ਸਿੰਘ ਨੇ ਸੰਤ ਭਿੰਡਰਾਂਵਾਲੇ ਦੇ ਪਰਿਵਾਰ ਦੇ ਹੋਣ ਕਰਕੇ ਪ੍ਰਧਾਨਗੀ ਲੈ ਲਈ ਜੀ। ਮੈਂ ਤੁਹਾਡਾ ਇੰਨਾ ਹੁਕਮ ਮੰਨ ਲੈਣਾ ਹੈ ਕਿ ਮੈਂ ਐਕਟਿੰਗ ਪ੍ਰਧਾਨ ਬਣਨ ਨੂੰ ਤਿਆਰ ਹਾਂ ਜੀ। ਪਰ ਇੱਥੇ ਅਨਾਉਂਸ ਕੀਤਾ ਜਾਵੇ ਕਿ ਪ੍ਰਧਾਨਗੀ ਹੈ ਜਿਹੜੇ ਪੱਖੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਗੇ। ਇਹ ਉਦੋਂ ਜੇਲ੍ਹ 'ਚ ਸੀਗੇ? ਇਹ ਉਦੋਂ ਜੇਲ੍ਹ 'ਚ ਸੀ ਜੀ, ਜੀ। ਮੈਂ ਇਸ ਦੀ ਵਿਰੋਧਤਾ ਕਰੀ ਜੀ, ਉੱਠ ਕੇ। ਮੈਂ ਇਹ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਬਾਬੇ ਤੇ ਸੰਤ ਹੁੰਦੇ ਨੇ ਜੀ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਾਬਾ ਜੀ ਤੁਸੀਂ ਸ਼ਕਲ ਤੋਂ ਜਾਣਦੇ ਹੋ? ਕਹਿੰਦੇ ਮੈਂ ਨਹੀਂ ਜਾਣਦਾ ਜੀ। ਮੈਂ ਕਦੇ ਨਹੀਂ ਦੇਖਿਆ, ਮੈਂ ਵੀ ਨਹੀਂ ਜਾਣਦਾ ਸੀ ਜੀ ਬਈ ਉਹ ਕੌਣ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ। ਉਦੋਂ ਪਹਿਲਾਂ ਮਿਲੇ ਨਹੀਂ ਸੀ ਕਦੇ ਮਿਲੇ ਨਹੀਂ, ਕਦੇ ਮੈਂ ਉਹ ਨਹੀਂ ਦੇਖਿਆ, ਕਦੇ ਉਹ ਹੀ ਨਹੀਂ ਪਤਾ ਵੀ ਕੌਣ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ। ਹਾਲਾਂਕਿ ਸਰਦਾਰ ਜੋਗਿੰਦਰ ਸਿੰਘ ਮਾਨ ਜਿਹੜੇ ਪਿਤਾ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ, ਉਹਨਾਂ ਨਾਲ ਮੇਰੀ ਸਿੱਖ ਸਟੂਡੈਂਟ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਹੋਣ ਦੇ ਨਾਤੇ 67, 68, 69, 70 ਦੇ ਵਿੱਚ ਬੜੀ ਚੰਗੀ ਬਾਤਚੀਤ ਸੀ, ਕਿਉਂਕਿ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣੇ ਸੀ। ਜੀ, ਜੀ। ਉਹ ਮਾਸਟਰ ਤਾਰਾ ਸਿੰਘ ਗਰੁੱਪ ਨੇ ਉਦੋਂ 2 ਸੀਟਾਂ ਜਿੱਤੀਆਂ ਸੀ, ਜੀ। ਇੱਕ ਸਰਹੰਦ ਦੀ ਤੇ ਇੱਕ ਪਟਿਆਲੇ ਦੀ। ਜੀ। ਸਰਦਾਰਾ ਸਿੰਘ ਟੋਲੀ ਪਟਿਆਲੇ ਤੋਂ ਜਿੱਤੇ ਸੀ ਤੇ ਰਾਜਪੁਰਾ ਸਰਹੰਦ 'ਚ ਸੀਟ ਹੁੰਦੀ ਸੀ, ਇੱਥੋਂ ਸਰਦਾਰ ਜੋਗਿੰਦਰ ਸਿੰਘ ਮਾਨ ਜਿੱਤੇ ਸੀ। ਜੀ, ਜੀ। ਤੇ ਉਹਨਾਂ ਨੂੰ ਮੈਂ ਜਾਣਦਾ ਸੀ, ਇਹਨਾਂ ਨੂੰ ਨਾ ਮੈਂ ਦੇਖਿਆ ਸੀ ਨਾ ਬਾਬਾ ਜੀ ਨੇ। ਬਾਬਾ ਜੀ ਨੇ ਕਿਹਾ ਕਿ ਮੈਂ ਦੇਖਿਆ ਨਹੀਂ ਜੀ, ਮੈਂ ਪੜ੍ਹਿਆ ਜੀ। ਤੁਸੀਂ ਮੇਰੀ ਗੱਲ ਮੰਨੋ। ਮੈਂ ਕਿਹਾ ਜੀ ਮੈਨੂੰ ਰਜਿਸਟਰ ਦਿਓ, ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵਧੀਆ ਮੰਨੋਗੇ, ਜਦੋਂ ਜੇਲ੍ਹ ਤੋਂ ਬਾਹਰ ਆ ਜਾਣਗੇ ਤੁਸੀਂ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਬਣਾ ਦਿਓ, ਪਰ ਅਕਾਲੀ ਦਲ ਦਾ ਪ੍ਰਧਾਨ ਨਹੀਂ। ਮੈਂ ਇਸ ਦੇ ਖਿਲਾਫ ਜਿਹੜੀ ਗੱਲ ਹੈ ਵਿੱਚ ਪੁਲਿਸ ਅਫਸਰ ਜਿਹੜਾ ਹੈਗਾ ਉਹ ਕਿਸ ਤਰੀਕੇ ਨਾਲ ਉਹ ਟੈਕਲ ਕਰਦਾ, ਹੋਰੇ ਗੱਲਾਂ ਬੜੀਆਂ ਦੇਖਣ ਵਾਲੀਆਂ ਹੁੰਦੀਆਂ। ਬਿਲਕੁਲ ਬਿਲਕੁਲ। ਤੇ ਮੈਂ ਜੇ ਹੁਣ ਮੈਨੂੰ ਵੀ ਤੁਸੀਂ ਪ੍ਰਧਾਨ ਬਣਾਓ, ਮੈਨੂੰ ਪ੍ਰਧਾਨਗੀ ਜਿਹੜੀ ਆ ਉਹ ਕਬੂਲ ਨਹੀਂ ਹੈ, ਇਹ ਸੰਤ ਜਾਂ ਬਾਬੇ ਹੋਣਗੇ। ਜੀ। ਹਾਂ, ਮੁੱਖ ਮੰਤਰੀ ਤੁਸੀਂ ਬਣਾ ਦਿਓ, ਜੇ ਠੀਕ ਲੱਗਿਆ ਉਹ ਤਾਂ ਤੁਸੀਂ ਦੇਖਣਾ ਫਿਰ ਮੁੱਖ ਮੰਤਰੀ ਕਿਹਨੂੰ ਬਣਾਉਣਾ। ਜੀ, ਜੀ। ਬਾਬਾ ਜੀ ਨੇ ਕਿਹਾ ਮੇਰੀ ਬੇਨਤੀ ਮੰਨੋ, ਹੋਰ ਮੈਂ ਅਖੀਰ ਤੱਕ ਨਹੀਂ ਉਹ ਗੱਲ ਮੰਨੀ। ਜੀ। ਉੱਥੇ ਇੱਕ ਰਜਿਸਟਰ ਮੈਨੂੰ ਦੇ ਦਿੱਤਾ ਗਿਆ, ਮੈਂ ਉਹਦੇ 'ਚ ਵਿਰੋਧਤਾ ਲਿਖਤੀ। ਜੀ, ਜੀ। ਬਈ ਜੀ ਹੁਣ ਜਦੋਂ ਅਸੀਂ ਉਹਨਾਂ ਦਾ ਕੰਮ ਹੀ ਨਹੀਂ ਕੀਤਾ, ਅਸੀਂ ਮਿਲੇ ਹੀ ਨਹੀਂ, ਅਸੀਂ ਗਏ ਹੀ ਨਹੀਂ, ਸਾਨੂੰ ਟਿਕਟ ਦੇਣ ਵਾਲੇ ਬਾਬਾ ਜੋਗਿੰਦਰ ਸਿੰਘ ਨੇ, ਤੇ ਫਿਰ ਉਹ ਉਹਨਾਂ ਨੂੰ ਪ੍ਰਧਾਨ ਬਣਾਉਣਾ ਤਾਂ ਗਲਤ ਹੋ ਗਈ।
ਪਰ ਉਹ ਬਣਾਤਾ ਜੀ ਜੀ। ਉੱਥੇ ਜਿਹੜਾ ਹੈਗਾ ਉਹ 1985 ਦੇ ਵਿੱਚ ਹੀ ਮਤਲਬ ਇਹਨਾਂ ਨੂੰ ਪ੍ਰਧਾਨ ਚੁਣ ਲਿਆ 20 ਮਈ 1985 ਨੂੰ ਬਾਬਾ ਜੋਗਿੰਦਰ ਸਿੰਘ ਨੇ ਅਨਾਉਂਸ ਕਰਤਾ। ਚੁਣਨਾ ਕਿਸੇ ਨੇ ਨਹੀਂ ਸੀ। ਹੋਰ ਸੰਯੁਕਤ ਅਕਾਲੀ ਦਲ ਹੋਇਆ ਜਿਹੜਾ ਉਹਦਾ ਸੀਗਾ ਜੀ? ਹਾਂਜੀ, ਉਹਦਾ ਸੰਯੁਕਤ ਅਕਾਲੀ ਦਲ। ਸੰਯੁਕਤ ਅਕਾਲੀ ਦਲ ਮੇਰੀ ਉਹ ਪਾਰਟੀ ਰਜਿਸਟਰਡ ਕਰਾਈ ਹੋਈ ਸੀ। ਉਹ ਬਾਬਾ ਜੀ ਉਹਦੇ ਪ੍ਰਧਾਨ ਸੀ। ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਿਤੇ ਨਾਂ ਨਹੀਂ ਸੀ, ਕੁਛ ਨਹੀਂ ਸੀ। ਤੇ ਇਹ ਜਿਹੜੀ ਪਾਰਟੀ ਕਰਕੇ ਉਹਨਾਂ ਨੂੰ ਚੁਣ ਕੇ ਤੇ ਚੁਣਨ ਦਾ ਮਤਲਬ ਬਸ ਉਹਨਾਂ ਨੂੰ ਬਣਾ ਦਿੱਤਾ ਜੀ। ਉਸ ਤੋਂ ਬਾਅਦ ਫਿਰ ਇਹ ਜਦੋਂ 1999 ਦੇ ਵਿੱਚ ਚੋਣ ਆਈ, ਉਹ ਬਾਬਾ ਜੀ ਨੇ ਕਿਹਾ ਉਸ ਮੀਟਿੰਗ ਦੇ ਵਿੱਚ ਜਿਹੜੀ ਮਾਡਲ ਟਾਊਨ ਗੁਰਦੁਆਰਾ ਸਾਹਿਬ ਜਲੰਧਰ 'ਚ ਹੋਈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਨੇ ਜੀ, ਇਹਨਾਂ ਨੂੰ ਵੀ ਆਪਾਂ ਟਿਕਟ ਦੇਣਾ ਜੀ। ਤੇ ਇਹਨਾਂ ਦਾ ਜਿਹੜਾ ਹੈਗਾ ਆਪਦਾ ਤਾਂ ਜਿਹੜਾ ਇਹਨਾਂ ਦਾ ਇਲਾਕਾ ਆਉਂਦਾ ਹੈ ਉਹ ਰੋਪੜ ਰਿਜ਼ਰਵ 'ਚ ਆਉਂਦਾ ਹੈ। ਉਸ ਸਮੇਂ ਰੋਪੜ ਰਿਜ਼ਰਵ 'ਚ ਆਉਂਦਾ ਹੈ ਜਿਹੜੇ ਸਿੱਧੇ ਹੈ, ਤੇ ਇਹ ਜਿਹੜਾ ਪਟਿਆਲੇ 'ਚ ਵੀ ਆਉਂਦਾ, ਦੋਹਾਂ 'ਚ ਆਉਂਦਾ ਜੀ। ਪਟਿਆਲਾ ਸੀਟ ਤੋਂ ਵੀ ਆਪਾਂ ਦੇ ਸਕਦੇ ਹਾਂ, ਰੋਪੜ ਤੋਂ ਆਪਾਂ ਦੇ ਨਹੀਂ ਸਕਦੇ ਜੀ। ਤਾਂ ਇਹ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਸਰਦਾਰ ਤਰਲੋਚਨ ਸਿੰਘ ਤੁੜ, ਇਹ 2 ਜਣੇ ਤੇ ਮਨਮੋਹਨ ਸਿੰਘ ਸਠਿਆਲਾ ਜੀ, ਇਹ 3 ਜਣੇ ਜਿਹੜੇ ਸੀ, ਇਹ 3 ਜਣਿਆਂ ਨੇ ਗੱਲ ਇਹ ਕਹੀ ਵੀ ਇੱਥੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਟਿਕਟ ਦਿਓ ਤਰਨਤਾਰਨ ਤੋਂ। ਫਿਰ ਅਤਿੰਦਰਪਾਲ ਸਿੰਘ ਖਾਲਸਾ ਕਿਵੇਂ ਹੈ ਜੀ? ਖਾਲਸਤਾਨੀ ਹੈ ਜਿਹੜੀ, ਉਹਨਾਂ ਨੂੰ ਵੀ ਟਿਕਟ ਦਿੱਤੀ ਗਈ ਸੀ ਉਹਦੀ? ਉਹ ਟਿਕਟ ਜਿਹੜੀ ਸੀ ਜੀ ਉਸ ਐਲਾਨ ਹੋ ਗਿਆ ਹਾਂਜੀ, ਤੇ ਇਹਦਾ ਤੇ ਬਾਬਾ ਜੀ ਨੇ ਸਿੱਧੀ ਟਿਕਟ ਨਹੀਂ ਦਿੱਤੀ ਪਰ ਮੰਨ ਲਈ ਗਈ ਸੀ ਜੀ ਬਈ ਪਟਿਆਲੇ ਤੋਂ ਅਤਿੰਦਰਪਾਲ ਸਿੰਘ ਨੂੰ ਜਿਹੜੀ ਹੈ ਟਿਕਟ ਦੇ, ਕਿਉਂਕਿ ਇਹਨਾਂ ਨੂੰ ਤਰਨਤਾਰਨ ਬਦਲਤਾ। ਓਕੇ, ਹਾਂ, ਮਾਨ ਸਾਹਿਬ ਨੂੰ ਤਰਨਤਾਰਨ ਲੈ ਗਏ ਤੇ ਅਤਿੰਦਰਪਾਲ ਸਿੰਘ ਨੂੰ ਮਤਲਬ ਜਿਹੜੀ ਟਿਕਟ ਸੀਗੀ ਇੱਥੋਂ ਦੇਤੀ ਉਦੋਂ। ਇਹਨਾਂ ਦੀ ਸਹਿਮਤੀ ਪਹਿਲੇ ਨਹੀਂ ਬਣਦੀ ਸੀ। ਸਰਦਾਰ ਅਤਿੰਦਰਪਾਲ ਸਿੰਘ ਵੀ ਉਸ ਸਮੇਂ ਜੇਲ੍ਹ 'ਚ ਸੀ ਜੀ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਜੇਲ੍ਹ ਦੇ ਵਿੱਚ ਸੀ ਜੀ। ਤੇ ਇਹ ਜਿਹੜੀ ਸੀ ਸਹਿਮਤੀ ਬਣਾ ਕੇ ਇਹ ਟਿਕਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬਾਬਾ ਜੋਗਿੰਦਰ ਸਿੰਘ ਨੇ ਦਿੱਤੀ ਸੀ ਜੀ। ਉਸ ਸਮੇਂ ਮੈਂ ਤੁਹਾਡੇ ਹੀ ਇਹ ਜਾਣਕਾਰੀ ਲੈ ਲਿਆ ਦਾਂ ਕਿ 2 ਬਣ ਗਏ ਸੀ ਜੀ ਅਕਾਲੀ ਦਲ 99 ਜੀ। ਹਾਂ, 99 ਚੋਣਾਂ ਤੋਂ ਪਹਿਲਾਂ ਹੀ ਹਾਂ, ਚੋਣਾਂ ਤੋਂ ਪਹਿਲਾਂ ਜੀ ਜੀ। ਇੱਧਰੋਂ ਬਾਬਾ ਜੋਗਿੰਦਰ ਸਿੰਘ ਜਿਹੜੇ ਸੀ ਸਾਡੇ ਚੁਣੇ ਹੋਏ ਪ੍ਰਧਾਨ ਸੀ ਜੀ, ਉਧਰਲੇ ਪਾਸਿਓਂ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ ਜੀ, ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਜਿਹੜੇ ਪਿੱਛੋਂ ਆਮ ਆਦਮੀ ਪਾਰਟੀ 'ਚ ਆ ਗਏ ਜੀ ਜੀ, ਇਹਨਾਂ ਨੇ ਹੋਰ ਸਰਦਾਰ ਸੁੱਚਾ ਸਿੰਘ ਛੋਟੇਪੁਰ ਤੇ ਹੋਰਾਂ ਨੇ ਮੀਟਿੰਗ ਕਰਕੇ ਸਰਦਾਰ ਚਰਨਜੀਤ ਸਿੰਘ ਬਾਲੀਆ ਸੀ ਸਾਬਕਾ MP ਪਟਿਆਲੇ ਤੋਂ, ਇਹ ਕੁਝ ਬੰਦਿਆਂ ਨੇ ਉੱਥੇ ਇੱਕ ਮੀਟਿੰਗ ਕਰਕੇ ਜਿਹੜਾ ਸੀ ਇਹ ਕਹਿਤਾ ਕਿ ਸੰਤ ਪਰਿਵਾਰ ਵਿਛੋੜਾ ਜਿਹੜੇ ਨੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਅਧਿਕਾਰਤ ਕਰਤਾ ਜੀ ਬਾਬਾ ਜੀ ਦੀ ਜਗ੍ਹਾ। ਹਾਂ, ਬਾਬਾ ਜੀ ਦੀ ਜਗ੍ਹਾ। ਓਕੇ ਓਕੇ ਓਕੇ, ਨਾ ਬਾਬਾ ਜੀ ਦੀ ਜਗ੍ਹਾ ਸੰਤ ਪਰਿਵਾਰ ਵਿਛੋੜਾ ਨੂੰ ਆਧਾਰਿਤ ਕਰਤਾ, ਤੇ ਸੰਤ ਪਰਿਵਾਰ ਵਿਛੋੜਾ ਜਿਹੜੇ ਅਧਿਕਾਰਤ ਹੋ ਗਏ ਇਹਦੇ ਲਈ ਉਹ ਟਿਕਟਾਂ ਦੀ ਵੰਡ ਕਰਨਗੇ। ਬੀਬੀ ਬਿਮਲ ਕੌਰ ਖਾਲਸਾ ਦਾ ਇਹ ਬੜੀ ਵੈਸੇ ਤਾਂ ਸੀਕ੍ਰੇਸੀ ਹੁੰਦੀ ਸੀ, ਪਰੰਤੂ ਇਤਿਹਾਸ ਦਾ ਇਹ ਸਿੱਧਾ ਪਾਇਆ ਕਿ ਬਿਮਲ ਕੌਰ ਖਾਲਸਾ ਦਾ ਟਿਕਟ ਉਹਨਾਂ ਨੇ ਅਨਾਉਂਸ ਕਰਿਆ ਪਰਿਵਾਰ ਵਿਛੋੜੇ ਬਾਬਾ ਜੀਤ ਸਿੰਘ ਨੇ। ਹਾਂ, ਤੇ ਉਹ ਆਪਣਾ ਸਰਦਾਰ ਸੁੱਚਾ ਸਿੰਘ ਛੋਟੇਪੁਰ ਜਨਰਲ ਸੈਕਟਰੀ ਬਣ ਗਏ, ਤੇ ਉਹ ਚਿੱਠੀ ਲੈ ਕੇ ਆਏ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ, ਤੇ ਉਹਨਾਂ ਨੇ ਇਸ ਨੂੰ ਐਲਾਨ ਕਰਿਆ। ਬਾਬਾ ਸੁੱਚਾ ਸਿੰਘ ਮਲੋਆ ਬੀਬੀ ਬਿਮਲ ਕੌਰ ਖਾਲਸਾ ਦੇ ਖਿਲਾਫ ਸੀ ਜੀ। ਉਹ ਕਹਿੰਦੇ ਸੀ ਬਈ ਕੀ ਕਹਿੰਦੇ ਹੁੰਦੇ ਨੇ, ਮੇਰੀ ਨੂੰਹ ਨੇ ਉਹ ਤੂੰ ਸਿੱਖੀ ਦਾ ਪ੍ਰਚਾਰ ਨਹੀਂ ਕਰਿਆ, ਨਾ ਇਹ ਸਿੱਖ ਸੀ, ਇਹ ਤਾਂ ਹੁਣ ਟਿਕਟ ਲੈਣ ਦੇ ਲਈ ਇਹ ਖਾਲਸਾ ਨਾਲ ਰੱਖ ਲਿਆ ਜੀ ਜੀ। ਬਾਬਾ ਸੁੱਚਾ ਸਿੰਘ ਮਲੋਆ ਇਸ ਗੱਲ ਦੀ ਵਿਰੋਧਤਾ ਕਰਦੇ ਸੀ ਜੀ ਜੀ। ਫਿਰ ਬਾਬਾ ਜੋਗਿੰਦਰ ਸਿੰਘ ਨੇ ਕਿਹਾ ਵੀ ਆਪਾਂ ਇਸ ਪਰਿਵਾਰਕ ਝਗੜੇ 'ਚ ਨਾ ਹੋ ਜਾਈਏ, ਰੁੱਝ ਜਾਈਏ, ਵੀ ਆਪਾਂ ਇਹਦੇ ਵਿੱਚ ਕਰੀਏ ਜੀ। ਉਹਨਾਂ ਨੇ ਕਿਹਾ ਆਪਾਂ ਮੰਨ ਲਓ ਵੀ ਬੀਬੀ ਬਿਮਲ ਕੌਰ ਖਾਲਸਾ ਜਿਹੜੀ ਆ ਉੱਥੋਂ ਉਮੀਦਵਾਰ ਹੋ, ਕਿਉਂਕਿ ਆਮ ਬੰਦੇ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ। ਇਹਨਾਂ ਨੇ ਮੇਰੇ ਖਿਲਾਫ ਲਿਆ ਕੇ ਸਰਦਾਰ ਤਾਲਬ ਸਿੰਘ ਸੰਧੂ ਨੂੰ ਖੜਾ ਕਰਤਾ ਜੀ, ਇਹ ਕਮੇਟੀ ਨੇ ਜੀ ਜੀ ਜਿਹੜੀ ਉਧਰ ਬਣੀ ਸੀ। ਅੱਜ ਮੇਰੇ ਬਹੁਤ ਨੇੜੇ ਨੇ ਸੰਤ ਅਜੀਤ ਸਿੰਘ ਪਰਿਵਾਰ ਵਿਛੋੜਾ, ਇੱਕ ਪੂਜਣਯੋਗ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਦੀ 10 ਕਿੱਲੇ ਜ਼ਮੀਨ ਦੇ ਕੇ ਗੁਰਦੁਆਰਾ ਪਰਿਵਾਰ ਵਿਛੋੜਾ ਕਾਇਮ ਕੀਤਾ। ਮੈਂ ਕਿਹਾ ਉਸ ਸਮੇਂ ਮਤਲਬ ਇਹ ਪੋਜੀਸ਼ਨ ਬਣ ਗਈ ਸੀ ਕਿ ਸਰਦਾਰ ਤਾਲਬ ਸਿੰਘ ਸੰਧੂ ਮੇਰੇ ਖਿਲਾਫ ਉਮੀਦਵਾਰ ਸੀ, ਅਖੀਰ ਤੱਕ ਰਹੇ ਨੇ, ਵਾਪਸ ਨਹੀਂ ਲਏ, ਉਹ ਅਖੀਰ ਦੇ ਤੱਕ ਉਹ ਲੜਦੇ ਰਹੇ ਨੇ ਕਿ ਮੈਨੂੰ ਉਸ ਕਮੇਟੀ ਨੇ ਭੇਜਤਾ।
ਇਹ ਗੁੱਟਬੰਦੀ ਸ਼ੁਰੂ ਹੋ ਗਈ ਸੀ, ਪਰੰਤੂ ਸਾਰੇ ਪੰਜਾਬ ਦੇ ਵਿੱਚ ਬਾਬਾ ਜੋਗਿੰਦਰ ਸਿੰਘ ਨੂੰ ਸਿੱਖ ਪੰਥ ਦਾ ਨੇਤਾ ਮੰਨਿਆ ਜਾਂਦਾ ਸੀ। ਇਸ ਗੁੱਟਬੰਦੀ ਦੇ ਤਾਂ ਇਹੀ ਜਾਂਦਾ ਨਾ ਵੀ ਜਿਹੜੀਆਂ 1999 ਦੀਆਂ ਚੋਣਾਂ ਨੇ ਉਹ ਬਾਬਾ ਜੀ ਦੀ ਅਗਵਾਈ 'ਚ ਹੀ ਲੜੀਆਂ ਗਈਆਂ, ਮੰਨਿਆ ਬਾਹਰ ਇਹੀ ਜਾਂਦਾ ਅੱਜ ਤੱਕ। ਹਾਂ, ਇਹੀ ਜਾਂਦਾ, ਅਸਲ ਵੀ ਇਹੀ ਸੀ। ਅਸਲ ਜਿਹੜੀ ਪਰ ਕਮਾਲ ਦੀ ਗੱਲ ਤੁਸੀਂ ਇਹ ਦੱਸੀ ਹੈ ਵੀ ਸਿਮਰਜੀਤ ਸਿੰਘ ਮਾਨ ਨੂੰ ਬਾਬਾ ਜੀ ਨੇ ਪ੍ਰਧਾਨ ਬਣਾਇਆ, ਔਰ ਮਾਨ ਸਾਹਿਬ ਨੇ ਬਾਬਾ ਜੀ ਦੇ ਬਰਾਬਰ ਇੱਕ ਹੋਰ ਮਤਲਬ ਪਰਿਵਾਰ ਵਿਛੋੜੇ ਵਾਲਿਆਂ ਨੂੰ ਮਤਲਬ ਖੜਾ ਕਰ ਦਿੱਤਾ ਹੋਇਆ, ਖੜਾ ਕਰਤਾ। ਅੱਛਾ, ਮੈਨੂੰ ਵੀ ਮੇਰੇ ਕੋਲੇ ਆਪਣਾ ਇਹ ਜਥੇਦਾਰ ਜਸਵੀਰ ਸਿੰਘ ਰੋਡੇ ਜੀ ਜਦੋਂ ਮੈਂ ਖੜਾ ਹੋ ਗਿਆ ਜੀ, ਤੇ ਜਦੋਂ ਖੜਾ ਹੋ ਗਿਆ ਤਾਂ ਇਹ ਮੇਰੇ ਕੋਲੇ ਆਏ ਜੀ, ਇਹ ਮੈਨੂੰ ਕਹਿੰਦੇ ਤੁਹਾਡੇ ਨਾਲ ਖਾਸ ਗੱਲ ਕਰਨੀ ਹੈ। ਮੈਂ ਕਿਹਾ ਚਲੋ ਜੀ। ਕਮਰੇ 'ਚ ਬਿਠਾ ਕੇ ਕਹਿਣ ਲੱਗੇ ਵੀ ਸਾਡਾ ਸਮਝੌਤਾ ਹੋ ਗਿਆ ਜੀ ਬਾਦਲ ਅਕਾਲੀ ਦਲ ਨਾਲ ਜੀ। ਉਹਦੇ ਮੁਤਾਬਕ ਜਿਹੜਾ ਹੈਗਾ ਬਾਬਾ ਸੁੱਚਾ ਸਿੰਘ ਮਲੋਆ ਦੇ ਹੱਕ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਬਾਦਲ ਉਮੀਦਵਾਰ ਸੀ ਬਾਦਲ ਦਲ ਦੇ, ਉਹ ਕੱਲ੍ਹ ਨੂੰ ਬੈਠਣ ਦਾ ਐਲਾਨ ਕਰਨਗੇ, ਕਿਉਂਕਿ ਬਾਬਾ ਸੁੱਚਾ ਸਿੰਘ ਮਲੋਆ ਸਰਦਾਰ ਬੇਅੰਤ ਸਿੰਘ ਦੇ ਪਿਤਾ ਉਹ ਸਾਡੇ ਹੱਕ ਵਿੱਚ ਬੈਠ ਰਹੇ। ਇੱਥੋਂ ਸਮਝੌਤੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਚੋਣ ਲੜਨਗੇ ਤੇ ਤੁਸੀਂ ਬੈਠਣਾ ਹੋ। ਉਹ ਬਾਬਾ ਜੋਗਿੰਦਰ ਸਿੰਘ ਦੇ ਪੋਤੇ ਸੀ। ਸਿੱਖ ਪੰਥ ਵਿੱਚ ਤਾਂ ਇਹ ਰੌਲਾ ਸ਼ੁਰੂ ਤੋਂ ਹੀ ਰਹਿੰਦਾ। ਦੇਖੋ ਇਲੈਕਸ਼ਨਾਂ ਦੇ ਵਿਚਾਲੇ ਚਲੋ ਆਪਾਂ ਹੁਣ ਆਖਰ 'ਚ ਗੱਲ ਇਹ ਸਮੇਟੀਏ ਅੱਜ ਵਾਲੇ ਪ੍ਰੋਗਰਾਮ ਦੀ ਵੀ ਇਹ ਜਿਹੜੀ ਇਲੈਕਸ਼ਨ ਸੀਗੀ ਬਾਬਾ ਜੀ ਦੇ ਨਾਮ ਤੇ ਲੜੀ ਗਈ। ਸਾਰੇ ਕੈਂਡੀਡੇਟ ਚਾਹੇ ਉਹ ਮਤਲਬ ਫੁੱਟ ਹੈ ਜਿਹੜੀ ਇਹ ਇਲੈਕਸ਼ਨ ਤੋਂ ਪਹਿਲਾਂ ਹੀ ਪੈ ਗਈ ਸੀ ਤੇ ਇਹਦੇ ਵਿੱਚ ਮਤਲਬ ਜਿਹੜਾ ਤੁਹਾਡੇ ਵਿਰੋਧ ਦੇ ਵਿੱਚ ਕਹਿ ਦਈਏ ਜਾਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜਾ ਬਰਨਾਲਾ ਗਰੁੱਪ ਨੇ ਅੱਡ ਕੈਂਡੀਡੇਟ ਖੜੇ ਕੀਤੇ ਸੀ, ਮਾਨ ਨੇ ਇਹਨਾਂ ਨੇ ਬਾਦਲ ਨੇ ਅੱਡ ਕੀਤੇ ਸੀ ਜਾਂ ਇੱਕ ਨਹੀਂ ਅੱਡ ਕਰੇ ਸੀ। ਬਾਦਲ ਨੇ ਖੜੇ ਸੀ ਤੀਰ ਕਮਾਨ ਤੇ, ਬਾਦਲ ਦੇ ਤੀਰ ਕਮਾਨ ਤੇ ਸੀ, ਬਰਨਾਲਾ ਗਰੁੱਪ ਤੱਕੜੀ ਤੇ ਸੀ। ਹਾਂਜੀ ਹਾਂਜੀ। ਜਦੋਂ ਤੁਹਾਡੇ ਕੋਲੇ ਉਸ ਸਮੇਂ ਜਿਹੜਾ ਸਾਂਝਾ ਜਿਹਾ ਸੀਗਾ ਉਹ ਸੀ ਸ਼ਾਇਦ ਬਾਜ ਦਾ ਨਿਸ਼ਾਨ, ਉਹ ਮੇਰੀ ਚੋਇਸ ਸੀ। ਜੀ ਮੇਰੀ ਚੋਇਸ ਸੀ ਉਹ। ਜੀ ਉਹ ਜਿਹੜਾ ਨਿਸ਼ਾਨ ਸੀਗਾ ਉਹ ਤਕਰੀਬਨ ਸਾਰੇ ਕੈਂਡੀਡੇਟ ਉਸੇ ਤੇ ਲੜੇ। ਨਹੀਂ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼ੇਰ ਤੇ ਲੜੇ ਸੀ। ਉਹ ਸ਼ੇਰ ਤੇ ਲੜੇ ਸੀ। ਸ਼ੇਰ ਤੇ ਲੜੇ ਸੀ। ਜੀ ਬਾਜ ਤੇ ਨਹੀਂ ਸਾਰੇ ਲੜੇ। ਤੇ ਬਠਿੰਡੇ ਵਾਲੀ ਸੀਟ ਵੀ ਬਾਜ ਤੇ ਲੜੀ ਗਈ ਸੀ। ਹਾਂ, ਬਠਿੰਡੇ ਵਾਲੀ ਲੜੀ ਗਈ ਸੀ। ਜੀ। ਜਦੋਂ ਜਥੇਦਾਰ ਜਸਵੀਰ ਸਿੰਘ ਰੋਡੇ ਆ ਗਏ ਜੀ, ਮੈਂ ਉਹਨਾਂ ਨੂੰ ਕਹਿਤਾ ਵੀ ਸਿੰਘ ਸਾਹਿਬ ਤੁਸੀਂ ਅਕਾਲ ਤਖਤ ਦੇ ਜਥੇਦਾਰ ਹੋ ਜੀ, ਇਹ ਜਿਹੜੀ ਟਿਕਟ ਮੈਨੂੰ ਦਿੱਤੀ ਹੈ ਇਹ ਬਾਬਾ ਜੋਗਿੰਦਰ ਸਿੰਘ ਨੇ ਦਿੱਤੀ ਹੈ। ਜੀ ਜੇ ਬਾਬਾ ਜੋਗਿੰਦਰ ਸਿੰਘ ਹੁਕਮ ਕਰਨ ਜੇ ਮੈਂ ਬਹਿ ਜੂ। ਜੀ ਮਤਲਬ ਤੁਹਾਡੀ ਗੱਲ ਮੈਂ ਮੰਨਣ ਨੂੰ ਤਿਆਰ ਨਹੀਂ, ਜੀ ਨਾ ਮੈਂ ਸੁਣਨ ਨੂੰ ਤਿਆਰ ਹਾਂ। ਤੁਸੀਂ ਕਿਹਦੇ ਨਾਲ ਸਮਝੌਤਾ ਕਰ ਲਿਆ, ਕਿਹੜੀ ਹਸੀਅਤ ਕਰ ਲਿਆ ਕਿ ਤੁਸੀਂ ਬਾਬਾ ਜੀ ਦੇ ਪੋਤੇ ਹੋ, ਇਹ ਕੋਈ ਉਸ ਦਾ ਨਹੀਂ ਹੈ। ਉਹਨਾਂ ਦੇ ਜਾਣ ਤੋਂ ਕੋਈ 1.5 ਘੰਟੇ ਬਾਅਦ ਇਹ ਬਾਬਾ ਜੋਗਿੰਦਰ ਸਿੰਘ ਇੱਥੇ ਆ ਗਏ ਆਪਣੀ ਕੋਠੀ ਜੀ। ਉਹ ਕਹਿੰਦੇ ਤੁਹਾਡੇ ਕੋਲੇ ਉਹ ਕੀ ਕਹਿੰਦੇ ਜਸਵੀਰ ਸਿੰਘ ਤਾਂ ਨਹੀਂ? ਮੈਂ ਜੀ ਆਇਆ ਸੀ ਜੀ। ਕਹਿੰਦੇ ਆਪਾਂ ਬੈਠਣਾ ਨਹੀਂ ਹੈ। ਜੀ ਮੈਂ ਜੀ ਮੈਂ ਤਾਂ ਬੈਠੇ ਨਹੀਂ, ਮੈਂ ਤਾਂ ਉੱਥੇ ਗੱਲ ਸੁਣਾਤੀ ਸੀ, ਮੈਂ ਤੁਹਾਡੇ ਮੁਤਾਬਕ ਚੱਲਣਾ। ਜੀ ਸੋ ਇਹ ਗੱਲਾਂ ਉਦੋਂ ਵੀ ਚੱਲ ਰਹੀਆਂ ਸੀ ਜਿਹੜੀਆਂ ਬਿਠਾਉਣ ਦੀਆਂ। ਮੈਂ ਬੈਠਣ ਤੋਂ ਨਾ ਕਰਤੀ ਕਿ ਮੈਂ ਨਹੀਂ ਬਹਿੰਦਾ, ਮੈਂ ਬਾਬਾ ਜੀ ਦੇ ਹੁਕਮ ਨਾਲੇ ਚੱਲੂੰ ਤੇ ਬਾਬਾ ਜੀ ਦੇ ਹੁਕਮ ਨਾਲੇ ਅੱਗੇ ਵਧੂੰ। ਇਸ ਦੇ ਬਾਵਜੂਦ ਵੀ 8 ਸੀਟਾਂ ਜਿਹੜੀਆਂ ਸੀ ਉਹ ਜਿੱਤੀਆਂ ਗਈਆਂ ਸੀ ਪੰਥਕ ਉਮੀਦਵਾਰਾਂ ਵੱਲੋਂ। ਜਿਹੜੇ ਸੁਖਮਨ ਕੌਰ ਭਿੰਡਰ ਕਾਂਗਰਸ ਦੀ ਗੁਰਦਾਸਪੁਰ ਤੋਂ ਜਿੱਤ ਗਈ ਤੇ ਉਹ ਜਿਹੜਾ ਸੀਗਾ ਆਪਣਾ ਬਲਵੀਰ ਸਿੰਘ ਸੈਣੀ ਦਾ ਲੜਕਾ ਕਮਲ ਉਹ ਹੁਸ਼ਿਆਰਪੁਰ ਤੋਂ ਜਿੱਤ ਗਿਆ ਤੇ ਇੰਦਰ ਕੁਮਾਰ ਗੁਜਰਾਲ ਜਲੰਧਰ ਤੋਂ ਜਿੱਤ ਗਿਆ ਤੇ ਸਰਦਾਰ ਕਿਰਪਾਲ ਸਿੰਘ ਜਨਤਾ ਦਲ ਦੇ ਉਮੀਦਵਾਰ ਦੇ ਤੌਰ ਤੇ ਅੰਮ੍ਰਿਤਸਰ ਤੋਂ ਜਿੱਤ ਗਏ ਤੇ ਫਲੌਰ ਰਿਜ਼ਰਵ ਸੀਟ ਤੋਂ ਸਰਦਾਰ ਹਰਭਜਨ ਸਿੰਘ ਲਾਠਾ ਉਸ ਸਮੇਂ ਇਹ ਉਮੀਦਵਾਰ ਸੀ ਜੇ ਬਹੁਜਨ ਸਮਾਜ ਪਾਰਟੀ ਦੇ, ਉਹ ਜਿੱਤ ਗਏ ਬੜੇ ਥੋੜ੍ਹੇ ਅੰਤਰ ਨਾਲ। ਇਹ ਸਰਦਾਰ ਚਰਨਜੀਤ ਸਿੰਘ ਅਟਵਾਲ ਬਾਦਲ ਦਲ ਦੇ ਉਮੀਦਵਾਰ ਜਮਾਂ ਨਾਲ ਖਹਿ ਰਹੇ ਸੀ ਕਿਉਂਕਿ ਸਾਡਾ ਉਮੀਦਵਾਰ ਉੱਥੇ ਨਹੀਂ ਸੀ। ਜੀ ਉਹ ਪੰਥਕ ਵੋਟਾਂ ਪੈ ਰਹੀਆਂ ਸੀ। ਉਹ ਵੋਟਾਂ ਬਹੁਤ ਵੱਡੀ ਤਾਦਾਦ 'ਚ ਲੈ ਗਏ ਸੀ। ਉੱਥੋਂ ਮਾਮੂਲੀ ਫਰਕ ਇਹ ਰਿਹਾ, ਨਹੀਂ ਇਹ ਸੀਟ ਜਿਹੜੀ ਸੀ ਇਹ ਸੀਟ ਖਤਰੇ 'ਚ ਪਈ ਗਈ ਸੀ ਜਿਹੜੀ ਫਲੌਰ ਦੀ ਸੀਟ ਹੈ। ਸਰਦਾਰ ਹਰਭਜਨ ਸਿੰਘ ਲਾਠਾ ਬਹੁਤ ਵਧੀਆ ਸੀ। ਸੋ ਇਹ ਫੁੱਟ ਪਹਿਲਾਂ ਹੀ ਜ਼ਾਹਰ ਹੋਣ ਦੇ ਨਾਤੇ ਜ਼ਾਹਰ ਪਹਿਲਾਂ ਹੀ ਇਹ ਹੋ ਚੁੱਕਿਆ ਸੀ। ਮੇਰੀ ਜਾਣਕਾਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਪਹਿਲੇ ਵਾਰੀ ਬਾਬਾ ਜੋਗਿੰਦਰ ਸਿੰਘ ਨੇ 6 ਦਸੰਬਰ 1999 ਨੂੰ ਦੇ ਮੰਜੀ ਸਾਹਿਬ ਦੇ ਦੀਵਾਨ ਅਸਥਾਨ ਤੇ ਅੰਮ੍ਰਿਤਸਰ ਚ ਰਾਈ ਸੀ। ਇਲੈਕਸ਼ਨ ਤੋਂ ਬਾਅਦ ਉਹਦੇ ਚਾਬੀਆਂ ਦੇਣੀਆਂ ਸੀ ਬਾਬਾ ਜੀ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ। ਸੋ ਆਪਾਂ ਇਹ ਗੱਲਬਾਤ ਲਈ ਜੁੜੇ ਰਹਾਂਗੇ ਜੀ। ਸੋ ਇਹ ਇਸ ਵੇਲੇ ਜਿਹੜਾ ਸਾਡਾ ਸਮਾਂ ਇਹ ਇਜਾਜ਼ਤ ਨਹੀਂ ਦਿੰਦਾ ਹੈਗਾ
ਇਸ ਮਸਲੇ ਦੇ ਉੱਪਰ ਹੀ ਮਤਲਬ ਰਾਜਦੇਵ ਸਿੰਘ ਖਾਲਸਾ ਜੀ ਨੇ ਜਿਹੜੀਆਂ ਟਿਕਟਾਂ ਦੀ ਵੰਡ ਤੱਕ ਸਾਡੇ ਕੋਲੇ ਗੱਲ ਲਿਆਤੀ ਹੈ, ਉਸ ਤੋਂ ਬਾਅਦ ਇਲੈਕਸ਼ਨ ਜਿੱਤਣ ਤੱਕ ਗੱਲ ਪਹੁੰਚ ਗਈ ਹੈ, ਅਤੇ ਜਿੱਤਣ ਤੋਂ ਬਾਅਦ ਕੀ ਹੋਇਆ ਇਹ ਆਪਾਂ ਗੱਲਬਾਤ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ। ਸੋ ਇੱਥੇ ਤੁਹਾਤੋਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇਸੇ ਵਿਸ਼ੇ ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਓ ਜੀ ਚਾਹ।